ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਇੰਡਸਟਰੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਇੰਡਸਟਰੀਲਿਸਟ ਨੇ ਬਤੀਸ਼ ਜਿੰਦਲ ਜੀ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਔਰ ਸਭ ਤੋਂ ਪਹਿਲਾਂ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਉਸ ਦੇ ਬਾਰੇ ਵੀ ਥੋੜਾ ਚਾਨਣਾ ਪਾ ਦਈਏ ਕਿ ਬੀਤੇ ਦਿਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੁਧਿਆਣਾ ਦੇ ਵਿੱਚ ਇੰਡਸਟਰੀਲਿਸਟਾਂ ਦੇ ਨਾਲ ਮੁਲਾਕਾਤ ਕਰਕੇ ਜਾਂਦੇ ਨੇ ਔਰ ਕਈ ਤਰ੍ਹਾਂ ਦੇ ਜਿਹੜੇ ਵਾਅਦੇ ਨੇ ਉਸ ਦੇ ਉੱਤੇ ਜ਼ਿਕਰ ਹੁੰਦਾ ਹੈ ਕਿ ਇੰਡਸਟਰੀ ਨੂੰ ਕਿਵੇਂ ਅੱਗੇ ਵਧਾਇਆ ਜਾ ਸਕੇ, ਕਿਵੇਂ ਇੰਡਸਟਰੀ ਜਿਹੜੀ ਹੈ ਪ੍ਰਫੁੱਲਿਤ ਹੋ ਸਕੇ। ਤਾਂ ਇਸ ਨੂੰ ਲੈ ਕੇ ਇੰਡਸਟਰੀਲਿਸਟਾਂ ਦੇ ਵਿਚਾਰ ਲਏ ਗਏ ਸੀ। ਉਹਨਾਂ ਵਿਚਾਰਾਂ ਨੂੰ ਇੰਡਸਟਰੀਲਿਸਟਾਂ ਨੇ ਬਾਹਰ ਆ ਕੇ ਐਕਸਪਲੇਨ ਵੀ ਕੀਤਾ ਸੀ ਔਰ ਕਿਹਾ ਸੀ ਕਿ ਉਹ ਪੈਸਾ ਇਨਵੈਸਟ ਕਰਨ ਨੂੰ ਤਿਆਰ ਨੇ, ਪਰ ਸਰਕਾਰ ਜਿਸ ਤਰੀਕੇ ਦਾ ਕ੍ਰਾਈਟੇਰੀਆ ਬਣਾ ਰਹੀ ਹੈ, ਜਿਸ ਤਰੀਕੇ ਦੇ ਨਾਲ ਰਿਆਇਤਾਂ ਦੇਣ ਦੀ ਗੱਲ ਕਰ ਰਹੀ ਹੈ, ਉਹ ਅਗਰ ਪੂਰੀਆਂ ਹੁੰਦੀਆਂ ਨੇ ਤਾਂ ਉਹ ਸਹਿਯੋਗ ਕਰਨ ਦੇ ਲਈ ਤਿਆਰ ਨੇ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਵੱਡੀ ਤਾਦਾਦ ਦੇ ਵਿੱਚ ਜਿਹੜੀ ਇੰਡਸਟਰੀ ਹੈ ਉਹ ਯੂਪੀ ਵੱਲ ਨੂੰ ਔਰ ਜੰਮੂ ਕਸ਼ਮੀਰ ਵੱਲ ਨੂੰ ਜਿਹੜਾ ਮੂਵ ਕਰ ਰਹੀ ਸੀ। ਔਰ ਇਹ ਵੀ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਹੋਜਰੀ ਕਾਰੋਬਾਰੀ ਸਾਈਕਲ ਇੰਡਸਟਰੀ ਦੇ ਨਾਲ ਸਵਿੰਗ ਮਸ਼ੀਨ ਇੰਡਸਟਰੀ ਜਿਹੜੀ ਆ ਉਹ ਜ਼ਿਆਦਾਤਰ ਹੈਗੀ ਆ ਔਰ ਦੂਰੋਂ ਦੂਰੋਂ ਲੋਕ ਜਿਹੜੇ ਨੇ ਉਹ ਇੱਥੇ ਆਪਣੀ ਖਰੀਦਦਾਰੀ ਕਰਨ ਆਉਂਦੇ ਨੇ, ਇੰਡਸਟਰੀਲਿਸਟਾਂ ਦੇ ਨਾਲ ਆਪਣੇ ਕਾਰੋਬਾਰ ਸਾਂਝੇ ਕਰਦੇ ਨੇ। ਪਰ ਇੰਡਸਟਰੀਲਿਸਟਾਂ ਨੂੰ ਕਿਸ ਤਰੀਕੇ ਦੀ ਰਾਹਤ ਜਿਹੜੀ ਆ ਉਹ ਦਿੱਤੀ ਜਾਵੇਗੀ ਜਾਂ ਕਿਸ ਤਰੀਕੇ ਦੇ ਨਾਲ ਇੰਡਸਟਰੀਲਿਸਟ ਸੋਚਦੇ ਨੇ, ਗੱਲਬਾਤ ਕਰਾਂਗੇ ਬਤੀਸ਼ ਜਿੰਦਲ ਜੀ ਦੇ ਨਾਲ। ਜਿੰਦਲ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇੰਡਸਟਰੀ ਫੋਰਮ ਦੇ ਚੇਅਰਮੈਨ ਵੀ ਹੋ ਔਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਟ੍ਰੇਡ ਨੂੰ ਵੀ ਤੁਸੀਂ ਦੇਖਦੇ ਹੋ ਔਰ ਕਈ ਮੁੱਦਿਆਂ 'ਤੇ ਤੁਸੀਂ ਵਿਚਾਰ ਚਰਚਾਵਾਂ ਕਰਦੇ ਰਹਿੰਦੇ ਹੋ। ਹਾਲਾਂਕਿ ਵਿਧਾਨ ਸਭਾ ਦੇ ਵਿੱਚ ਵੀ ਗੱਲ ਕਰੀਏ ਤਾਂ ਬੀਤੇ ਦਿਨਾਂ ਰਾਜਾ ਵੜਿੰਗ ਨੇ ਤੁਹਾਡਾ ਜ਼ਿਕਰ ਕੀਤਾ ਸੀ ਔਰ ਤਮਾਮ ਤੁਸੀਂ ਮੁੱਦੇ ਚੱਕਦੇ ਰਹਿੰਦੇ ਹੋ। ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਮੁੱਖ ਮੰਤਰੀ ਪੰਜਾਬ ਆ ਕੇ ਮੀਟਿੰਗ ਕਰਕੇ ਜਾਂਦੇ ਨੇ, ਇੰਡਸਟਰੀਲਿਸਟਾਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ। ਉਸ ਦੇ ਵਿੱਚ ਕਿਹੜੇ ਮੁੱਦਿਆਂ 'ਤੇ ਆਖਿਰ ਗੱਲਬਾਤ ਹੁੰਦੀ ਆ ਔਰ ਕਿਹੜੇ ਮੁੱਦੇ ਆ ਜਿਹੜੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਇੰਡਸਟਰੀਲਿਸਟਾਂ ਦੇ ਨਾਲ ਜਿਹੜੇ ਆ ਸੁਲਝਾਏ ਜਾਣ? देखो अरोड़ा जी, ये ਜਿਹੜੀਆਂ ਮੁਲਾਕਾਤਾਂ ਬਹੁਤ ਹੋ ਗਈਆਂ, ਲੇਕਿਨ ਹੱਲ ਕਿਸੇ ਮੁੱਦੇ ਦਾ ਨਹੀਂ ਹੋਇਆ। ਇੰਡਸਟਰੀ ਨੂੰ ਸਰਕਾਰ ਨੇ ਬੇਵਕੂਫ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਸਭ ਤੋਂ ਪਹਿਲਾਂ ਜਿਹੜੀ ਗੱਲ ਆਉਂਦੀ ਹੈ ਇਹਨਾਂ ਦੇ ਮੁੱਦੇ ਦੀ, ਇਹਨਾਂ ਦੇ ਵਾਅਦੇ ਦੀ, ਇਹਨਾਂ ਦੇ ਮੈਨੀਫੈਸਟੋ ਦੀ ਆਉਂਦੀ ਹੈ 5 ਰੁਪਏ ਬਿਜਲੀ। ਇਹਨਾਂ ਦੇ ਮੰਤਰੀ ਝੂਠ ਬੋਲਦੇ ਨੇ ਕਿ ਸਾਨੂੰ 5 ਰੁਪਏ ਬਿਜਲੀ ਮਿਲਦੀ ਹੈ ਇੰਡਸਟਰੀ ਨੂੰ। ਸਾਡੇ ਬਿੱਲ ਜਦੋਂ ਮਰਜ਼ੀ ਆ ਕੇ ਚੈੱਕ ਕਰ ਲਓ, 9 ਰੁਪਏ ਤੋਂ ਲੈ ਕੇ 15 ਰੁਪਏ ਬਿਜਲੀ ਦੇ ਬਿੱਲ ਮੈਂ ਸਵੇਰੇ ਤੁਹਾਨੂੰ ਆਪਣੀ ਫੈਕਟਰੀ 'ਤੇ ਦਿਖਾ ਦਿੰਦਾ। ਔਰ ਇੰਨਾ ਝੂਠ ਤੁਸੀਂ ਕਹਿੰਦੇ ਸੀ ਕਿ ਪੁਰਾਣੀਆਂ ਜਿਹੜੀ ਰਵਾਇਤੀ ਸਰਕਾਰਾਂ ਨੇ ਉਹ ਝੂਠ ਬੋਲਦੀਆਂ, ਉਸ ਤੋਂ ਵੱਡਾ ਝੂਠ ਤੁਸੀਂ ਬੋਲਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਦੂਜੀ ਗੱਲ ਕਰ ਲਈਏ, 70,000 ਇੰਡਸਟਰੀ ਮਿਕਸ ਲੈਂਡ ਯੂਜ਼ 'ਚ ਹੈ ਜਿਹਦੀ ਤੁਹਾਨੂੰ ਕੋਈ ਫਿਕਰ ਹੀ ਨਹੀਂ। ਜਦੋਂ ਤੁਸੀਂ ਮੈਨੀਫੈਸਟੋ 'ਚ ਆਏ ਸੀ ਕਿ ਤੁਸੀਂ ਲਿਖਿਆ ਨਹੀਂ ਸੀਗਾ ਕਿ ਜਿਹੜੀ ਮਿਕਸ ਲੈਂਡ ਯੂਜ਼ ਦਾ ਅਸੀਂ ਆਉਣ ਤੋਂ ਪਹਿਲਾਂ ਹੱਲ ਕਰਾਂਗੇ, ਅਤੇ ਤੁਸੀਂ ਹੁਣ CM ਸਾਹਿਬ ਉਹਦੇ ਨੇ ਕਹਿੰਦੇ ਮੈਨੂੰ ਤਾਂ ਇਹ ਮੁੱਦੇ ਦਾ ਨਹੀਂ ਪਤਾ, ਤੁਸੀਂ ਆਓ ਆ ਕੇ ਆਪਾਂ ਗੱਲਬਾਤ ਕਰੀਏ ਇਸ ਮੁੱਦੇ ਦੇ ਉੱਪਰ। ਉਸ ਤੋਂ ਬਾਅਦ ਇਸ ਇੰਡਸਟਰੀ ਜਿਹੜੀ 70,000 ਇੰਡਸਟਰੀ ਹੈ, ਇਹਦੇ ਨਾਲ ਘੱਟੋ ਘੱਟ 35-40 ਲੱਖ ਪੰਜਾਬ ਦਾ ਬੰਦਾ ਸਿੱਧੇ ਤੌਰ 'ਤੇ ਜੁੜਿਆ ਹੋਇਆ। ਇਹ ਐਡਾ ਗੰਭੀਰ ਮੁੱਦਾ ਹੈ ਕਿ ਸਤੰਬਰ 2023 ਇਹਦੀ ਜਿਹੜੀ ਮਿਆਦ ਆ ਉਹ ਮੁੱਕ ਜਾਣੀ ਹੈ। ਸਰਕਾਰ ਨੇ ਇੰਡਸਟਰੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ, ਅਤੇ ਜਿਹੜੀ ਸਰਕਾਰ ਹੈ ਕੋਈ ਪਾਲਿਸੀ ਲੈ ਕੇ ਨਹੀਂ ਆ ਰਹੀ ਕਿ ਇਸ ਇੰਡਸਟਰੀ ਨੂੰ ਕੋਈ ਨਵੀਂ ਜਗ੍ਹਾ ਦਿੱਤੀ ਜਾਵੇ ਜਾਂ ਇੱਥੇ, ਕਿਉਂਕਿ ਸਰਕਾਰ ਨੇ ਆਖਰੀ ਜਿਹੜਾ ਫੋਕਲ ਪੁਆਇੰਟ ਸੀ ਲੁਧਿਆਣੇ ਦਾ, ਧਨਾਂਸੂ ਨੂੰ ਛੱਡ ਦਈਏ ਤਾਂ 1998 'ਚ ਕੱਟਿਆ ਸੀ। ਉਸ ਤੋਂ ਬਾਅਦ 'ਚ ਕੋਈ ਇੰਡਸਟਰੀਅਲ ਫੋਕਲ ਪੁਆਇੰਟ ਹੀ ਨਹੀਂ ਪੰਜਾਬ 'ਚ ਕੱਟਿਆ ਗਿਆ। ਅਤੇ ਉਹ ਜਿਹੜੀ 40,000 ਇੰਡਸਟਰੀ ਲੁਧਿਆਣੇ ਦੀ, 70,000 ਇੰਡਸਟਰੀ ਪੂਰੇ ਪੰਜਾਬ ਦੀ ਹੈ, ਉਹ ਕਿੱਥੇ ਜਾ ਕੇ ਆਪਣੇ ਆਪ ਨੂੰ ਆਪਣੇ ਰੁਜ਼ਗਾਰ ਚਲਾਏਗੀ? ਇਨਵੈਸਟ ਪੰਜਾਬ ਦੀ ਪਾਲਿਸੀ ਬਣਾ ਦਿੱਤੀ ਗਈ। ਇਹ ਉਹ ਸਰਕਾਰ ਸੀ ਜਿਹੜੀ ਇਹ ਕਹਿ ਕੇ ਬਣੀ ਸੀ ਕਿ ਅਸੀਂ ਵੱਡਿਆਂ ਦੇ ਖਿਲਾਫ ਹੈ, ਅਸੀਂ ਵੱਡੇ ਘਰਾਣਿਆਂ ਦੇ ਖਿਲਾਫ ਹੈ, ਅਸੀਂ ਛੋਟਿਆਂ ਦੇ ਨਾਲ ਹੈ। ਔਰ ਇਹ ਪਾਲਿਸੀ ਇੱਦਾਂ ਦੀ ਬਣਾਈ ਗਈ ਕਿ ਜੇ ਇਹ ਇੰਪਲੀਮੈਂਟ ਹੋ ਗਈ ਤਾਂ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਉਹਦਾ ਗਲਾ ਘੋਟਣ 'ਚ ਕੋਈ ਕਸਰ ਨਹੀਂ ਰਹਿ ਜਾਏਗੀ। ਅਸੀਂ 10 ਵਾਰ ਲਿਖ ਚੁੱਕੇ ਹਾਂ, ਸਰਕਾਰ ਦੀ ਸਿਹਤ 'ਤੇ ਕੋਈ ਅਸਰ ਨਹੀਂ। ਉਸ ਦਿਨ ਜਿਸ ਦਿਨ ਮੀਟਿੰਗ ਹੋਈ ਹੈ, CM ਸਾਹਿਬ ਕਹਿੰਦੇ ਕਿ ਮੈਂ ਈਜ਼ਲੀ ਐਕਸੈਸਿਬਲ ਹੈ, ਮੇਰੇ ਤੋਂ ਆਸਾਨ ਕਿਸੇ ਨੂੰ ਨਹੀਂ ਮਿਲਣਾ। ਔਰ ਮੀਟਿੰਗ ਦੇ ਵਿੱਚ ਲੋਕਾਂ ਨੇ ਹੱਥ ਖੜੇ ਕਰਕੇ ਕਹਿ ਦਿੱਤਾ ਕਿ 7 ਮਹੀਨੇ ਹੋ ਗਏ ਸਾਨੂੰ ਚਿੱਠੀਆਂ ਲਿਖਦੇ ਨੂੰ ਔਰ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ ਸਾਡੀ। ਔਰ ਇਹ ਸੱਚਾਈ ਹੈ। ਅਸੀਂ ਖੁਦ GST ਦੇ ਮੁੱਦੇ ਦੇ ਉੱਪਰ ਇੰਪੋਰਟੈਂਟ ਮੀਟਿੰਗ ਕਰਨਾ ਚਾਹੁੰਦੇ ਸੀ ਕਿ ਇੱਕ ਇੰਪੋਰਟੈਂਟ ਮੀਟਿੰਗ ਰੱਖੀ ਜਾਵੇ, ਕਿਉਂਕਿ ਪੰਜਾਬ 'ਚ 25,000 ਕਰੋੜ ਤੋਂ ਲੈ ਕੇ 30,000 ਕਰੋੜ ਦੀ GST ਦੀ ਚੋਰੀ ਹੈ ਔਰ ਸਰਕਾਰ ਕੋਲ ਇੰਨੀ ਜ਼ਿਆਦਾ ਇੰਪੋਰਟੈਂਟ ਮੀਟਿੰਗ ਵਾਸਤੇ ਵੀ ਟਾਈਮ ਨਹੀਂ ਹੈ। ਕਿਉਂਕਿ ਜਿੰਦਲ ਸਾਹਿਬ, ਸਵਾਲ ਇੱਥੇ ਆ ਜਾਂਦਾ, ਮੀਟਿੰਗ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਇੰਡਸਟਰੀਲਿਸਟਾਂ ਨੂੰ ਔਰ ਆਮ ਤੌਰ 'ਤੇ ਗੱਲ ਕਰੀਏ ਤਾਂ ਜਿਹੜੇ ਵਰਧਮਾਨ ਗਰੁੱਪ ਦੇ ਹੈਗੇ ਨੇ ਚੇਅਰਮੈਨ, ਉਹਨਾਂ ਨੇ ਵੀ ਜਿਹੜਾ ਜ਼ਿਕਰ ਕੀਤਾ ਕਿ ਉਹ 2500 ਕਰੋੜ ਰੁਪਏ ਦਾ ਜਿਹੜਾ 250 ਕਰੋੜ ਦਾ 250 ਕਰੋੜ ਰੁਪਇਆ ਪੰਜਾਬ ਦੇ ਵਿੱਚ ਇਨਵੈਸਟ ਕਰਨਗੇ। ਪਰ ਉਹਨਾਂ ਨੇ ਸਹਿਮਤੀ ਜਤਾਈ ਆ। ਬਾਕੀ ਵੀ ਉਹ ਕਹਿੰਦੇ ਕਿ ਜਿਹੜੇ ਇੰਡਸਟਰੀਲਿਸਟ ਹੈਗੇ ਨੇ ਉਹ ਇਹਨਾਂ ਵਾਅਦਿਆਂ ਨੂੰ ਲੈ ਕੇ ਖੁਸ਼ ਨੇ ਕਿ ਸਰਕਾਰ ਕੋਲੋਂ ਇੱਕ ਉਮੀਦ ਜਾਗੀ ਹੈ।
ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਜਿਹੜੀ ਆ ਮੁਲਾਕਾਤ ਨਹੀਂ ਹੋਈ, ਤੇ ਫਿਰ ਕਿਸ ਤਰੀਕੇ ਦੇ ਨਾਲ ਇੰਡਸਟਰੀਲਿਸਟਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਫਿਰ ਕਿਵੇਂ ਮੁੱਖ ਮੰਤਰੀ ਆਪਣੇ ਵੱਲੋਂ ਬਿਆਨ ਕਰ ਰਹੇ ਨੇ ਕਿ ਇੰਡਸਟਰੀਲਿਸਟਾਂ ਦੇ ਨਾਲ ਤਾਂ ਸਾਰੀ ਗੱਲਬਾਤ ਹੋਈ ਹੈ ਤੇ ਸਹਿਮਤੀ ਵੀ ਬਣ ਰਹੀ ਹੈ? ਦੇਖੋ ਅਰੋੜਾ ਜੀ, ਜੇ ਅਸੀਂ ਧੁਰ ਤੋਂ ਹੁਣ ਤੱਕ ਦੀਆਂ ਫਿਗਰਾਂ ਜੋੜ ਲਈਏ ਨਾ, ਇਹ 2012 'ਚ ਪਹਿਲੀ ਵਾਰ ਇਹ ਸ਼ਗੂਫਾ ਜਿਹੜਾ ਹੈ ਇਹ ਸੁਖਬੀਰ ਬਾਦਲ ਜੀ ਨੇ ਛੱਡਿਆ ਸੀ ਕਿ ਪੰਜਾਬ 'ਚ ਇਨਵੈਸਟਮੈਂਟ ਆ ਰਹੀ ਹੈ, ਪੰਜਾਬ 'ਚ 200 ਕਰੋੜ ਫਲਾਣਾ ਲੈ ਕੇ ਆ ਰਿਹਾ, 2500 ਕਰੋੜ। ਤਾਂ ਅੱਜ ਜੇ ਹਿਸਾਬ ਲਾਇਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹ 4 ਲੱਖ ਕਰੋੜ ਤੋਂ ਉੱਪਰ ਟੱਪ ਜਾਣੀ ਚਾਹੀਦੀ ਹੈ। ਹਾਲਾਤ ਤੁਹਾਨੂੰ ਦੱਸ ਦਿੰਦਾ ਕੀ ਹੈ, ਪਿਛਲੇ 12 ਸਾਲਾਂ ਦੇ ਵਿੱਚ, ਪਿਛਲੇ 10 ਸਾਲਾਂ 'ਚ ਸਮੌਲ ਕੈਟੇਗਰੀ 0.45%, ਅੱਧਾ % ਸਾਲ ਦੀ ਬੜੋਤਰੀ ਹੈ। 2012 ਤੋਂ ਲੈ ਕੇ 2022 ਤੱਕ ਜੋੜ ਲਈਏ ਸਿਰਫ 4400 ਕਨੈਕਸ਼ਨ ਜਿਹੜਾ ਸਮੌਲ ਦਾ ਵਧਿਆ, ਮੀਡੀਅਮ ਦਾ ਕਨੈਕਸ਼ਨ ਆਲਮੋਸਟ 5500 ਵਧਿਆ, ਔਰ ਟੋਟਲ ਇਹ ਮਿਲਾ ਲਈਏ ਤਾਂ 10000 ਕਨੈਕਸ਼ਨ ਵਧਿਆ। ਜੇ ਪਿਛਲੇ 2 ਸਾਲਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 6500 ਕਨੈਕਸ਼ਨ ਘਟ ਗਿਆ ਬਿਜਲੀ ਦਾ। ਔਰ ਇਹ ਸਰਕਾਰਾਂ ਜਿਹੜੀਆਂ ਉਹ ਪਹਿਲਾਂ ਵੀ ਬਾਦਲ ਸਾਹਿਬ ਦੇ ਟਾਈਮ ਵੀ ਇਹੀ ਸੀ ਕਿ ਅਸੀਂ ਜੀ 50000 ਕਰੋੜ ਦੀ ਇਨਵੈਸਟਮੈਂਟ ਆ ਗਈ, 70000 ਬੇਰੁਜ਼ਗਾਰੀ ਦੇ ਵਿੱਚ ਪੰਜਾਬ ਇੰਡੀਆ ਦੇ ਵਿੱਚ ਸਭ ਤੋਂ ਵਸਟ ਸਟੇਟ ਹੈ, 7.5% ਬੇਰੁਜ਼ਗਾਰੀ ਦੀ ਦਰ ਵਾਲੀ ਸਟੇਟ ਪੰਜਾਬ ਹੈ। ਪਰ ਕੈਪੀਟਾ ਇਨਕਮ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ। GDP ਦੇ ਵਿੱਚ, GSDP ਦੇ ਵਿੱਚ ਜਿਹੜੀ ਪਹਿਲੇ ਨੰਬਰ ਦੀ ਸਟੇਟ ਸੀ ਉਹ 17ਵੇਂ ਨੰਬਰ 'ਤੇ ਆਈ ਪਈ ਹੈ। ਪਰ ਕੈਪੀਟਾ 'ਚ ਜਿਹੜੀ ਪਹਿਲੇ ਨੰਬਰ ਦੀ ਸਟੇਟ ਪੰਜਾਬ ਸੀ ਅੱਜ 19ਵੇਂ ਨੰਬਰ 'ਤੇ ਆਈ ਪਈ ਹੈ। ਐਡੇ ਭਿਅੰਕਰ ਹਾਲਾਤ ਨੇ, ਔਰ ਇਹ ਬੜਕਾ ਮਾਰਦੇ ਰਹੇ ਕਿ 2 ਲੱਖ ਕਰੋੜ ਆ ਗਏ, ਅਤੇ ਉਹੀ ਗੱਲਾਂ ਹੁਣ ਹੋ ਰਹੀਆਂ ਕਿ ਫਲਾਣਾ 300 ਕਰੋੜ ਲਾ ਰਿਹਾ, ਫਲਾਣਾ 500 ਕਰੋੜ ਲਾ ਰਿਹਾ, ਫਲਾਣਾ 700 ਕਰੋੜ ਲਾ ਰਿਹਾ। ਜਦੋਂ ਉਹ ਗਰਾਊਂਡ ਰਿਐਲਿਟੀ ਦੇ ਵਿੱਚ ਜੇ ਆਏ ਹੁੰਦੇ, ਅੱਜ ਪਾਵਰ ਕੰਜ਼ੰਪਸ਼ਨ ਕਿੰਨੀ ਵਧੀ ਹੈ, ਤੁਸੀਂ ਸਟੇਟ ਦੀ ਇੰਡਸਟਰੀ ਦੀ ਜੇ ਪਾਵਰ ਕੰਜ਼ੰਪਸ਼ਨ ਲਾ ਲਓ ਤਾਂ ਮੇਰੇ ਖਿਆਲ 'ਚ ਪਿਛਲੇ 5 ਸਾਲਾਂ 7 ਸਾਲਾਂ 'ਚ 10% ਕੰਜ਼ੰਪਸ਼ਨ ਨਹੀਂ ਇੰਕਰੀਜ਼ ਹੋਈ ਇੰਡਸਟਰੀ ਦੀ। ਅਲਟੀਮੇਟਲੀ ਜੇ ਇਹ ਝੂਠੇ ਵਾਅਦੇ ਨੇ। ਦੂਜੇ ਪਾਸੇ ਗੱਲ ਕਰ ਲਈਏ, 99% ਇੰਡਸਟਰੀ ਅੱਜ ਟੋਟਲ ਪੰਜਾਬ ਦੇ ਵਿੱਚ 1,45,000 ਬਿਜਲੀ ਦਾ ਕਨੈਕਸ਼ਨ ਹੈ। ਉਹਦੇ ਵਿੱਚੋਂ 1 ਲੱਖ ਕਨੈਕਸ਼ਨ ਜਿਹੜਾ ਹੈ ਉਹ ਮਾਈਕਰੋ ਇੰਡਸਟਰੀ ਦਾ ਹੈ, ਜਿਹੜਾ ਕਿ 20 ਕਿਲੋਵਾਟ ਤੋਂ ਥੱਲੇ ਹੈ। 35,000 ਦੇ ਆਸ-ਪਾਸ ਜਿਹੜਾ ਕਨੈਕਸ਼ਨ ਹੈ ਉਹ ਮੀਡੀਅਮ ਇੰਡਸਟਰੀ ਦਾ, ਜਿਹੜਾ ਕਿ 20 ਕਿਲੋਵਾਟ ਤੋਂ 100 ਕਿਲੋਵਾਟ ਤੱਕ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈ ਲਾਰਜ ਇੰਡਸਟਰੀ ਆ ਜਾਂਦੀ ਹੈ 100 ਕਿਲੋਵਾਟ ਤੋਂ ਉੱਪਰ, ਅਪਰੋਕਸੀਮੇਟਲੀ ਕੋਈ 8500 ਦੇ ਆਸ-ਪਾਸ ਉਹ ਲਾਰਜ ਇੰਡਸਟਰੀ। ਜੇ ਇਹ ਕਹਿੰਦੇ ਆ ਕਿ 8500 ਲਾਰਜ ਹੁਣ ਤੱਕ ਹੈ, ਜਦੋਂ ਦਾ ਪੰਜਾਬ ਬਣਿਆ, ਤੇ ਭਾਈ ਸਾਹਿਬ ਉਹ 8500 ਤਾਂ ਤੁਸੀਂ ਹੁਣ ਗਿਣਤੀ ਕਰਾ ਚੁੱਕੇ ਕਿ 8500 ਤਾਂ ਪਿਛਲੇ 5 ਸਾਲਾਂ 6 ਸਾਲਾਂ 'ਚ ਇਨਵੈਸਟ ਕਰ ਚੁੱਕੇ ਇੱਥੇ। ਇਸ ਕਰਕੇ ਇੱਦਾਂ ਦੀਆਂ ਹੁਣ ਇਹਨਾਂ ਨੇ ਕੀ ਕਰਤਾ, ਪਿਛਲੇ ਕੁਝ ਸਾਲਾਂ ਤੋਂ ਇਨਵੈਸਟ ਪੰਜਾਬ ਦੀ ਵੈਬਸਾਈਟ ਇੱਦਾਂ ਦੀ ਬਣਾ ਦਿੱਤੀ ਕਿ ਤੁਸੀਂ ਕੋਈ ਅਪਰੂਵਲ ਲੈਣੀ ਹੈ ਤੁਹਾਨੂੰ ਇਨਵੈਸਟ ਪੰਜਾਬ 'ਤੇ ਅਪਲਾਈ ਕਰਨਾ ਪੈਣਾ। ਹੁੰਦਾ ਕੀ ਹੈ ਕਿ ਤੁਹਾਡੀ ਇਨਵੈਸਟਮੈਂਟ ਦੀ ਫਿਗਰ ਉਹ ਪੁੱਛਦੇ ਆ ਤੁਹਾਡੀ ਪਲਾਂਟ ਐਂਡ ਮਸ਼ੀਨਰੀ ਕਿੰਨੇ ਦੀ ਹੈ, ਕਿਉਂਕਿ ਕੁਐਸਚਨ ਆ ਉਹਦੇ 'ਚ, ਉਹ ਆਟੋਮੈਟਿਕਲੀ ਉਹ ਪਲਾਂਟ ਐਂਡ ਇਨਵੈਸਟਮੈਂਟ ਉਹ 'ਚ ਜੁੜੀ ਜਾਂਦੀ ਹੈ, ਸਰਕਾਰੀ ਫਿਗਰਾਂ ਵਧੀ ਜਾਂਦੀਆਂ। ਆਫਿਸਰ ਸਰਕਾਰ ਨੂੰ ਕਹਿ ਕੇ ਖੁਸ਼ ਕਰੀ ਜਾਂਦੇ, ਆ ਦੇਖੋ ਜੀ ਆਪਣੇ 10,000 ਕਰੋੜ ਦੀ ਇਨਵੈਸਟਮੈਂਟ ਆ ਗਈ ਆਪਣੇ 20। ਇਹ ਬੇਵਕੂਫ ਬਣਾਇਆ ਜਾ ਰਿਹਾ, ਇਹ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ। ਅੱਜ ਸਾਹਿਬ ਦੇ ਨਾਲ ਗੱਲਬਾਤ ਨਹੀਂ ਕੀਤੀ? ਮੈਂ ਹੋਰ ਦੱਸਦਾ, ਮੈਂ ਤੁਹਾਨੂੰ ਇੱਕ ਰੀਅਲ ਫੈਕਟ ਦੱਸਦਾ ਕਿ 2011 ਦੇ ਵਿੱਚ ਸਾਡੀ ਜਿਹੜੀ ਵੈਟ ਦੀ ਆਮਦਨੀ ਸੀਗੀ, ਹਰਿਆਣੇ ਦੀ ਵੈਟ ਦੀ ਆਮਦਨੀ 11,500 ਕਰੋੜ ਦੀ ਸੀ, ਪੰਜਾਬ ਦੀ ਆਮਦਨੀ 12,040 ਕਰੋੜ ਰੁਪਏ ਦੀ ਸੀ। ਅੱਜ ਹਰਿਆਣੇ ਦੀ ਆਮਦਨੀ 81,000 ਕਰੋੜ ਹੋ ਗਈ ਹੈ, ਪੰਜਾਬ ਦੀ ਆਮਦਨੀ 18,000 ਕਰੋੜ ਹੈ। ਕਿਉਂ ਤੁਹਾਡੀ ਆਮਦਨੀ ਦਾ ਬੇੜਾ ਗਰਕ ਹੋਇਆ ਜੇ ਤੁਸੀਂ ਇਹੋ ਜਿਹੇ ਦਾਅਵੇ ਕਰਦੇ ਪਏ ਹੋ ਕਿ ਤੁਹਾਡੇ ਕੋਲ 1000 ਕਰੋੜ ਦੀ ਇਨਵੈਸਟਮੈਂਟ ਆ ਗਈ, 50,000 ਕਰੋੜ ਦੀ ਇਨਵੈਸਟਮੈਂਟ ਆ ਗਈ, 1 ਲੱਖ ਕਰੋੜ ਦੀ ਇਨਵੈਸਟਮੈਂਟ ਆ ਗਈ। ਘੱਟੋ ਘੱਟ ਜਨਤਾ ਨੂੰ ਬੇਵਕੂਫ ਨਾ ਬਣਾਓ। ਜੇ ਤੁਹਾਡੇ ਕੋਲ ਇਨਵੈਸਟਮੈਂਟ ਆਈਆਂ ਹੁੰਦੀਆਂ ਤਾਂ ਤੁਹਾਡੇ ਕੋਲ ਇਹ ਹਾਲਾਤ ਨਹੀਂ ਸੀ ਹੋਣੇ ਕਿ ਅੱਜ ਹਰਿਆਣੇ ਦਾ 1/4 ਰੈਵਨਿਊ ਜਿਹੜਾ GST ਦਾ ਉਹ ਪੰਜਾਬ 'ਚ ਹੋਵੇ। ਦੂਸਰੀ ਗੱਲ ਕੀ ਹੈ, ਤੁਸੀਂ ਪਾਲਿਸੀ ਬਣਾ ਦਿੱਤੀ, ਅੱਜ ਵੱਡੇ ਘਰਾਣਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਇੱਥੇ ਫੈਕਟਰੀਆਂ ਲਾਓ, ਤੁਹਾਨੂੰ ਅਸੀਂ ਜਿੰਨੀ 100 ਕਰੋੜ ਲਾਓਗੇ ਅਸੀਂ 200 ਕਰੋੜ ਤੁਹਾਨੂੰ ਵਾਪਸ ਕਰਾਂਗੇ ਐਂਕਰ ਯੂਨਿਟ 'ਚ, 4,000 ਰੁਪਏ ਮਹੀਨੇ ਦਾ ਤੁਹਾਡੇ ਵਰਕਰ ਨੂੰ ਦੇਵਾਂਗੇ, ਤੁਹਾਨੂੰ ਰਜਿਸਟਰੀ ਦਾ ਪੈਸਾ ਮਾਫ ਹੈ, ਤੁਹਾਨੂੰ ਬਿਜਲੀ ਜਿਹੜੀ ਆ 5 ਰੁਪਏ ਪਲੱਸ 7% ਉੱਪਰ ਲਾ ਕੇ ਅਸੀਂ ਦੇਵਾਂਗੇ, ਔਰ ਤੁਹਾਨੂੰ ਬਾਕੀ ਦੇ ਸਾਰੇ ਬੈਨੀਫਿਟ ਦੇਵਾਂਗੇ। ਔਰ ਜਿਹੜੇ ਪੁਰਾਣੀ ਇੰਡਸਟਰੀ ਜਿਹੜੀ ਬੰਦ, ਤੁਹਾਨੂੰ ਦੱਸਿਆ 2 ਸਾਲ 'ਚ 6500 ਇੰਡਸਟਰੀਆਂ ਬੰਦ ਹੋਈਆਂ। ਪੁਰਾਣੀ ਇੰਡਸਟਰੀਆਂ ਜਿਹੜੇ ਬੰਦ ਹੋ ਰਹੀਆਂ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ 9 ਤੋਂ ਲੈ ਕੇ 15 ਰੁਪਏ ਬਿਜਲੀ ਦੇਵਾਂਗੇ, ਜੁੱਤੀਆਂ ਲੱਗ ਮਾਰਾਂਗੇ, ਵੈਟ ਦੇ ਰਿਫੰਡਾਂ ਵਾਸਤੇ ਗੇੜੇ ਲਵਾਵਾਂਗੇ, ਅਫਸਰ ਤੁਹਾਨੂੰ ਲੱਗ ਤੰਗ ਕਰਨਗੇ, NOCਆਂ ਵਾਸਤੇ ਤੁਸੀਂ ਲੱਗ ਧੱਕੇ ਖਾਓਗੇ। ਇਹ ਵਿਤਕਰਾ ਕਿਉਂ ਹੈ ਪੁਰਾਣੀ ਦਾ?
ਤੁਸੀਂ ਜਿਹੜੇ ਪੁਰਾਣੇ ਇੰਡਸਟਰੀ ਜਿਹਨੇ ਅੱਜ 70 ਸਾਲ ਹੋ ਗਏ ਸਟੇਟ ਨੂੰ ਪਾਲਦਿਆਂ ਨੂੰ, ਅੱਜ ਤੁਸੀਂ ਉਹਦੇ ਨਾਲ ਇਹ ਸਲੂਕ ਕਰਦੇ ਪਏ ਹੋ ਕਿ ਤੁਸੀਂ ਨਵਿਆਂ ਵਾਸਤੇ ਤਾਂ ਤੁਸੀਂ ਆਪਣੇ ਖਜ਼ਾਨੇ ਦੇ ਮੂੰਹ ਖੋਲ੍ਹਤੇ ਔਰ ਪੁਰਾਣਿਆਂ ਨੂੰ ਤੁਸੀਂ ਇਹ ਕਹਿ ਦਿੱਤਾ ਕਿ ਅਸੀਂ ਤੁਹਾਡੀਆਂ ਫੈਕਟਰੀਆਂ ਹੀ ਬੰਦ ਕਰਾ ਦਾਂਗੇ। 12 ਰੁਪਏ ਬਿਜਲੀ ਇੱਥੇ ਲੈ ਕੇ ਕਿਹੜੀ ਇੰਡਸਟਰੀ ਬਚੂਗੀ? ਅੱਜ ਤੁਸੀਂ ਮੇਰੇ ਸਰਕਾਰ ਤਾਂ ਕਹਿੰਦੀ 5 ਰੁਪਏ ਯੂਨਿਟ ਦਿੱਤੀ ਜਾ ਰਹੀ ਹੈ। ਅੱਜ ਵੀ ਬਿਜਲੀ ਮੰਤਰੀ ਆਏ ਸੀਗੇ, ਉਹ ਵੀ ਕਹਿੰਦੇ 5 ਰੁਪਏ ਯੂਨਿਟ ਦਿੱਤੀ ਜਾ ਰਹੀ। ਗੱਲ ਇਹ ਆ ਅਰੋੜਾ ਜੀ, ਐਡਾ ਕੁ ਵੱਡਾ ਝੂਠ ਹੈ। ਉਸ ਮੰਤਰੀ ਨੂੰ ਮੈਂ ਚੈਲੰਜ ਕਰਦਾ ਹਾਂ, ਜੇ ਉਹ ਮੰਤਰੀ ਹੈ ਸਾਡੇ ਸਾਹਮਣੇ ਆ ਕੇ ਕੱਲ੍ਹ ਬੈਠ ਜੇ, ਅਸੀਂ ਇਹ ਸਾਬਤ ਕਰ ਦਾਂਗੇ ਸਾਨੂੰ ਕਿਸ ਰੇਟ 'ਚ ਬਿਜਲੀ ਮਿਲਦੀ ਹੈ। ਔਰ ਜੇ ਮੈਨੂੰ 9 ਤੋਂ ਲੈ ਕੇ 12 ਰੁਪਏ ਤੋਂ ਘੱਟ ਬਿਜਲੀ ਪੈਂਦੀ ਹੋਈ ਨਾ, ਮੈਂ ਪੰਜਾਬ 'ਚੋਂ ਹਮੇਸ਼ਾ ਵਾਸਤੇ ਚਲੇ ਜਾਊਂ, ਕਦੇ ਪੰਜਾਬ 'ਚ ਨਹੀਂ ਵੜੂ। ਕਹਿੰਦੇ ਰੇਟ ਹੀ ਨਹੀਂ ਵਧਾਏ ਅਸੀਂ ਤਾਂ। ਦੇਖੋ ਗੱਲ ਰੇਟ ਨਹੀਂ ਵਧਾਏ, ਰੇਟ ਮੈਂ ਹੀ ਨਹੀਂ ਕਿਹਾ ਵੀ ਰੇਟ ਵਧਾਏ ਨੇ। ਮੈਂ ਇਹ ਗੱਲ ਕਹਿ ਰਹੀ ਹਾਂ ਕਿ ਤੁਸੀਂ 5 ਰੁਪਏ ਬਿਜਲੀ ਦਾ ਵਾਅਦਾ ਕੀਤਾ ਸੀ, ਤੁਸੀਂ 5 ਰੁਪਏ ਬਿਜਲੀ ਦਾ ਵਾਅਦਾ ਕੀਤਾ ਸੀ। ਤੁਸੀਂ ਇਹ ਨਹੀਂ ਸੀ ਕਿਹਾ ਕਿ ਅਸੀਂ 5 ਰੁਪਏ ਦੇ ਉੱਪਰ ਫਿਕਸ ਚਾਰजेस ਵੀ ਲਾਵਾਂਗੇ, ਉਹਦੇ ਉੱਪਰ ਅਸੀਂ 20% ਟੈਕਸ ਵੀ ਲਾਵਾਂਗੇ। ਉਹ ਤੁਸੀਂ ਕਹਿੰਦੇ ਸੀ ਕਿ ਰਵਾਇਤੀ ਪਾਰਟੀਆਂ ਤੁਹਾਨੂੰ ਬੇਵਕੂਫ ਬਣਾਉਂਦੀਆਂ ਪਈਆਂ, ਅਸੀਂ ਤੁਹਾਨੂੰ ਦੱਸਾਂਗੇ 5 ਰੁਪਏ ਬਿਜਲੀ ਕਿਵੇਂ ਦਿੰਦੇ ਆ। ਅਸੀਂ 5 ਰੁਪਏ, ਔਰ ਤੁਸੀਂ ਤੁਹਾਡੀ 5 ਰੁਪਏ ਬਿਜਲੀ ਜਾ ਕੇ ਦੇਖ ਲਓ। ਔਰ ਨਾਲ ਦੀ ਨਾਲ ਜਿਹੜਾ ਸ਼ਾਇਦ 1 ਤਰੀਕ ਤੋਂ ਦੁਬਾਰਾ ਫਿਰ ਰੇਟ ਵਧਾਉਣ ਦੀ ਤਿਆਰੀ ਹੋ ਰਹੀ ਹੈ 1 ਅਪ੍ਰੈਲ ਤੋਂ। ਇਸ ਕਰਕੇ ਹਾਲਾਤ ਬਹੁਤ ਵਧੀਆ ਨਹੀਂ ਹੈ ਪੰਜਾਬ ਦੇ। ਪੰਜਾਬ ਦੀ ਇੰਡਸਟਰੀ ਜਿਹੜੀ ਇਹ ਪੁਰਾਣੀ ਇੰਡਸਟਰੀ ਮਰਨ ਦਿਹਾੜੇ ਆਈ ਪਈ ਹੈ। ਅੱਜ 30% ਸਿਕਨੈਸ ਆ ਚੁੱਕੀ ਹੈ ਇੰਡਸਟਰੀ ਵਿੱਚ, ਬੈਂਕਾਂ ਦੀਆਂ ਲਿਮਟਾਂ ਕ੍ਰਾਸ ਹੋ ਚੁੱਕੀਆਂ, ਬੈਂਕ ਕਰਪਟ ਹੋ ਰਹੀਆਂ ਕੰਪਨੀਆਂ, ਔਰ ਸਰਕਾਰ ਨੂੰ ਕੋਈ ਪਰਵਾਹ ਨਹੀਂ। ਉਹ ਪਹਿਲਾਂ ਜਿਨ੍ਹਾਂ ਨੂੰ ਗਾਲਾਂ ਕੱਢਦੇ ਸੀਗੇ ਕਿ ਤੁਸੀਂ ਡਰਾਮੇ ਕਰਦੇ ਹੋ ਇਨਵੈਸਟ ਪੰਜਾਬਾਂ ਦੇ, ਅੱਜ ਤੁਸੀਂ ਉਹ ਡਰਾਮੇ ਆਪ ਕਰਨੇ ਸ਼ੁਰੂ ਕਰ ਦਿੱਤੇ। ਅੱਜ ਤੁਸੀਂ ਜਾ ਕੇ ਉਹਨਾਂ ਦੇ ਪੈਰਾਂ 'ਚ ਪੈ ਰਹੇ ਹੋ ਕਿ ਸਾਨੂੰ ਪੰਜਾਬ 'ਚ ਇਨਵੈਸਟਮੈਂਟ ਦਿਓ, ਕਿਸੇ ਦੂਜੇ ਸਟੇਟਾਂ 'ਚ ਜਾ ਰਹੇ ਹੋ, ਦੂਜੇ ਕੰਟਰੀਆਂ 'ਚ ਜਾ ਰਹੇ ਹੋ ਕਿ ਅੱਜ ਪੰਜਾਬ ਦੇ ਵਿੱਚ ਇਨਵੈਸਟਮੈਂਟ ਦਿਓ। ਜਿਹੜੇ ਇੱਥੇ ਜੰਮੇ ਪਲੇ ਲੋਕ ਨੇ, ਜਿਹੜੇ ਇਹਨਾਂ ਇਨਵੈਸਟਮੈਂਟਾਂ ਕੀਤੀਆਂ ਹੋਈਆਂ, ਕਦੇ ਉਹਨਾਂ ਨੂੰ ਆ ਕੇ ਪੁੱਛਿਆ ਕਿ ਤੁਹਾਡੀਆਂ ਫੈਕਟਰੀਆਂ ਕੋਈ ਬੰਦ ਹੁੰਦੀਆਂ ਪਈਆਂ? ਤੁਹਾਡੀਆਂ ਅੱਜ ਜੇ ਹਜ਼ਾਰਾਂ ਫੈਕਟਰੀਆਂ ਬੰਦ ਹੋਈਆਂ, ਕਿਉਂ ਬੰਦ ਹੋਈਆਂ? ਉਹ ਤੁਹਾਡੀ ਕੋਈ ਅਸੀਂ ਮਦਦ ਕਰ ਦਈਏ? ਗੱਲ ਇਹ ਤੁਹਾਨੂੰ ਸਸਤੀ ਬਿਜਲੀ ਦੇ ਦਈਏ, ਤੁਹਾਡੀ ਲੇਬਰ ਨੂੰ ਅਸੀਂ 4000 ਰੁਪਏ ਦੇ ਦਈਏ ਤਾਂ ਕਿ ਤੁਹਾਡੀਆਂ ਫੈਕਟਰੀਆਂ ਬਚ ਜਾਣ? ਉਹ ਕੋਈ ਸੋਚ ਨਹੀਂ ਇਹਨਾਂ ਦੀ। ਇਹਨਾਂ ਦੀ ਸੋਚ ਸਿਰਫ ਇਹ ਹੈ ਕਿ ਅਸੀਂ ਦਿਖਾ ਦਈਏ ਜੀ ਇੰਡੀਆ 'ਚ ਕਿ ਜੀ ਸਾਨੂੰ 50,000 ਕਰੋੜ ਦੇ ਐਗਰੀਮੈਂਟ ਸਾਈਨ ਹੋ ਗਏ। ਐਗਰੀਮੈਂਟ ਸਾਈਨ ਹੋਣਗੇ, ਜਦੋਂ ਇਨਵੈਸਟਮੈਂਟ ਆਏਗੀ ਉਦੋਂ ਦੇਖਾਂਗੇ, ਔਰ ਉਸ ਤੋਂ ਬਾਅਦ ਉਦੋਂ ਦੇਖਾਂਗੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ। ਕਿਉਂਕਿ ਅੱਜ ਤੱਕ ਹਾਲਾਤ ਇਹ ਰਹੇ ਨੇ ਕਿ 2012 ਦੀਆਂ ਜਿਨ੍ਹਾਂ ਨੇ ਇਨਵੈਸਟਮੈਂਟਾਂ ਕੀਤੀਆਂ ਉਹਨਾਂ ਨੂੰ ਸਬਸਿਡੀਆਂ ਨਹੀਂ ਮਿਲੀਆਂ ਹਾਲੇ ਤੱਕ ਪੂਰੀਆਂ। ਇਸ ਕਰਕੇ ਇਹ ਜਿਹੜਾ ਇੱਕ ਚੱਲਣ ਚੱਲ ਰਿਹਾ, ਇਹ ਇਕੱਲਾ ਪੰਜਾਬ ਦਾ ਨਹੀਂ, ਬਾਕੀ ਸਟੇਟਾਂ ਦਾ ਵੀ ਚੱਲਣ ਚੱਲਦਾ ਪਿਆ। ਔਰ ਪੰਜਾਬ 'ਚ ਸਭ ਤੋਂ ਵੱਧ ਚੱਲ ਰਿਹਾ ਬੇਵਕੂਫ ਬਣਾਉਣ ਵਾਲਾ ਚੱਲਣ, ਕਿ ਗੁੰਮਰਾਹ ਕਰਕੇ 2012 ਦੀ ਜਿਹੜੀ ਇਨਵੈਸਟਮੈਂਟ ਸੀ ਉਹਨੂੰ ਪਹਿਲਾਂ 2017 'ਚ ਮਾਈਗਰੇਟ ਕੀਤਾ, ਹੁਣ 2017 ਵਾਲਿਆਂ ਨੂੰ 2022 ਦੀ ਪਾਲਿਸੀ 'ਚ ਮਾਈਗਰੇਟ ਕਰਨਗੇ। ਉਹ ਕੀ ਕਦੋਂ ਜਾ ਕੇ ਉਹਨਾਂ ਨੂੰ ਪੂਰੇ ਬੈਨੀਫਿਟ ਮਿਲਣਗੇ, ਇਹ ਸਮਝ ਤੋਂ ਪਰੇ। ਪਰ ਇੰਡਸਟਰੀ ਕਿੱਥੇ ਖੜੀ ਹੁਣ, ਕੀ ਦੇਖਦੀ ਇੰਡਸਟਰੀ? ਕਿਉਂਕਿ ਉਮੀਦਾਂ ਕਾਫੀ ਸੀਗੀਆਂ, ਮੁਲਾਕਾਤ ਵੀ ਹੋ ਗਈ ਸੀਐਮ ਦੇ ਨਾਲ, ਔਰ ਇਨਵੈਸਟਮੈਂਟ ਨੂੰ ਲੈ ਕੇ ਵੀ ਗੱਲਬਾਤ ਹੋ ਗਈ। ਪਰ ਜਿਸ ਤਰੀਕੇ ਨਾਲ ਤੁਸੀਂ ਵੱਡੇ ਇਲਜ਼ਾਮ ਦੀ ਜਿਹੜੀ ਝੜੀ ਲਗਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕਹਿੰਦੀ ਕੁਝ ਹੋਰ ਹੈ, ਕਰਦੀ ਕੁਝ ਹੋਰ ਹੈ, ਪਰ ਦੂਜੇ ਪਾਸੇ ਸਰਕਾਰ ਕਹਿੰਦੀ ਸਾਨੂੰ ਤਾਂ ਆਇਆਂ ਨੂੰ 10 ਮਹੀਨੇ ਹੋਏ। ਦੇਖੋ ਗੱਲ ਇਹ ਹੈ, ਅਸੀਂ ਨਹੀਂ ਕਹਿੰਦੇ ਕਿ ਤੁਹਾਨੂੰ ਆਇਆਂ ਨੂੰ ਬਹੁਤ ਸਮਾਂ ਹੋ ਗਿਆ, ਲੇਕਿਨ 10 ਮਹੀਨੇ ਵੀ ਕੋਈ ਘੱਟ ਟਾਈਮ ਨਹੀਂ ਹੁੰਦਾ। 10 ਮਹੀਨਿਆਂ ਦੇ ਵਿੱਚ ਜੇ ਤੁਸੀਂ 600 ਯੂਨਿਟ ਬਿਜਲੀ ਦਾ ਜਿਹੜਾ ਵਾਅਦਾ ਸੀ ਉਹ ਆਪਣਾ ਪੂਰਾ ਕਰ ਸਕਦੇ ਹੋ। ਨੌਕਰੀਆਂ ਵਾਲੇ ਪਾਸੇ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਕੰਮ ਕਰ ਰਹੇ ਹਾਂ। ਸਕੂਲਾਂ ਵਾਲੇ, ਮੁਹੱਲਾ ਕਲੀਨਿਕ, ਇੰਡਸਟਰੀ ਵੀ ਤਾਂ ਤੁਹਾਡੇ ਆਸਰੇ ਹੈ। ਕਦੇ ਤੁਸੀਂ ਆ ਕੇ ਪੁੱਛਿਆ ਕਿ 5 ਰੁਪਏ ਬਿਜਲੀ ਦਾ ਸਾਡਾ ਸੀਗਾ ਅਤੇ ਅਸੀਂ 5 ਰੁਪਏ ਬਿਜਲੀ ਤੁਹਾਨੂੰ ਦੇ ਦਈਏ? ਕਦੇ ਤੁਸੀਂ ਆ ਕੇ ਪੁੱਛਿਆ ਕਿ ਅੱਜ 2017 ਦੇ ਵੈਟ ਰਿਫੰਡਾਂ ਵਾਸਤੇ ਤੁਸੀਂ ਕਹਿੰਦੇ ਸੀ ਅਸੀਂ ਇੱਥੇ ਪੰਜਾਬ 'ਚ ਨੌਕਰਸ਼ਾਹੀ ਖਤਮ ਕਰ ਦਾਂਗੇ, ਇੰਸਪੈਕਟਰੀ ਰਾਜ ਖਤਮ ਕਰ ਦਾਂਗੇ, ਔਰ ਇੰਨੇ ਬਦਹਾਲੀ ਹੋ ਗਈ ਹੈ ਅੱਜ ਕਿ ਹਰ ਗੱਲ ਵਾਸਤੇ ਉੱਥੇ ਅਫਸਰਾਂ ਦੇ ਸਾਨੂੰ ਪੈਰਾਂ ਦੇ ਵਿੱਚ ਮੱਥੇ ਟੇਕਣੇ ਪੈਂਦੇ ਆ। ਕਦੇ NOC ਦੇ, ਅੱਜ ਸੈਂਕੜੇ ਫੈਕਟਰੀਆਂ ਇੰਡਸਟਰੀਅਲ ਜ਼ੋਨਾਂ ਦੇ ਵਿੱਚ, ਇਹ ਨਹੀਂ ਕਿ ਰੈਜ਼ੀਡੈਂਸ਼ੀਅਲ, ਇੰਡਸਟਰੀਅਲ ਜ਼ੋਨਾਂ ਦੇ ਵਿੱਚ ਬਣ ਕੇ ਤਿਆਰ ਖੜੀਆਂ, ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਨਹੀਂ ਮਿਲ ਰਹੇ। ਇਸ ਕਰਕੇ ਕਿਉਂਕਿ ਉਹਨਾਂ ਨੂੰ NOC ਨਹੀਂ ਮਿਲਦੀ ਪਈ। ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆਏ ਜਾ ਰਹੇ, ਰੋਜ਼ ਨਵੀਂ ਇੱਕ ਉੱਥੋਂ ਨੋਟੀਫਿਕੇਸ਼ਨ ਇਸ਼ੂ ਕਰ ਦਿੰਦੇ ਆ, ਔਰ ਪੁਰਾਣੀ ਫੈਕਟਰੀਆਂ ਦਾ ਬੇੜਾ ਗਰਕ ਕਰਕੇ ਰੱਖ ਦਿੰਦੇ ਆ। ਪੋਜੀਸ਼ਨ ਇੱਕ ਹੈ ਕਿ ਤੁਸੀਂ ਇੱਕ ਕਿਹਾ ਇੰਸਪੈਕਟਰੀ ਰਾਜ ਖਤਮ ਹੋਊਗਾ, ਇੰਸਪੈਕਟਰੀ ਰਾਜ ਵੱਧ ਗਿਆ। 2015-16 ਦੇ ਕੇਸਾਂ ਵਾਸਤੇ ਸਕੂਟਰੀ ਦੇ ਧੱਕੇ ਖਾ ਰਹੇ ਆ ਲੋਕ, 2016-17 ਦੇ ਕੇਸਾਂ ਵਾਸਤੇ ਸਕੂਟਰੀ ਦੇ ਧੱਕੇ ਖਾ ਰਹੇ ਆ ਲੋਕ। ਵੈਟ ਖਤਮ ਹੋਏ ਨੂੰ ਅੱਜ 5 ਸਾਲ ਹੋ ਚੁੱਕੇ ਆ। ਅੱਜ ਵੀ ਜਾ ਕੇ ਉੱਥੇ ਜਿਹੜਾ ਕਿ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ, ਉਹ ਤੁਸੀਂ ਉਹਨਾਂ ਨੂੰ ਮਜਬੂਰ ਕਰ ਰਹੇ ਹੋ ਕਿ ਇੰਡਸਟਰੀ ਉੱਥੇ ਜਾਵੇ ਅਤੇ ਉਹਨਾਂ ਅਫਸਰਾਂ ਦੇ ਪੈਰਾਂ ਦੇ ਵਿੱਚ ਜਾ ਕੇ ਗਿਰੇ ਅਤੇ ਆਪਣੇ ਫੈਸਲੇ ਕਰਾਵੇ। ਔਰ ਇਹ ਸ਼ਰਮ ਦੀ ਗੱਲ। ਇਹਨਾਂ ਨੇ ਕਿਹਾ ਸੀ ਦਿੱਲੀ 'ਚ ਅਸੀਂ ਇੰਸਪੈਕਟਰੀ ਰਾਜ ਖਤਮ ਕਰਤਾ, ਪੰਜਾਬ 'ਚ ਕੋਈ ਬੰਦਾ ਤੁਹਾਡੀ ਫੈਕਟਰੀ 'ਚ ਨਹੀਂ ਆਊਗਾ। ਸੜਕਾਂ ਦੇ ਉੱਪਰ ਤੁਸੀਂ ਜਾ ਕੇ ਦੇਖ ਲਓ, ਸ਼ਰੇਆਮ ਅਫਸਰ ਇੱਦਾਂ ਗੱਡੀਆਂ ਘੇਰ ਕੇ ਲੋਕਾਂ ਦਾ ਮਾਲ ਫੜ ਰਹੇ ਨੇ ਜਿੱਦਾਂ ਕਿ ਉਹ ਚੋਰਾਂ ਦੀਆਂ ਗੱਡੀਆਂ ਹੋਣ, ਇੱਥੇ ਕੋਈ ਡਾਕੂ ਵਪਾਰ ਕਰਦੇ ਹੋਣ। ਲੋਕਾਂ ਦੀਆਂ ਫੈਕਟਰੀਆਂ 'ਚ ਟੀਮਾਂ ਬਣਾ ਕੇ ਇੱਦਾਂ ਛਾਪੇਮਾਰੀ ਹੋ ਰਹੀ ਹੈ। ਅੱਜ ਪੋਲਿਊਸ਼ਨ ਕੰਟਰੋਲ ਬੋਰਡ ਨੇ
ਕਈ ਫੈਕਟਰੀਆਂ ਨੂੰ ਤਾਲੇ ਲਗਾ ਦਿੱਤੇ ਬਿਨਾਂ ਉਹਨਾਂ ਦੇ ਵਰਸ਼ਨ ਸੁਣੇ। ਪਹਿਲਾਂ ਉਹਨਾਂ ਨੂੰ ਹੀਅਰਿੰਗ ਦਾ ਟਾਈਮ ਤਾਂ ਦੇ ਦਿਓ, ਪਹਿਲਾਂ ਉਹਨਾਂ ਦੀ ਗੱਲ ਤਾਂ ਸੁਣ ਲਓ। ਤੁਸੀਂ ਜਾ ਕੇ ਧੱਕਾ ਕਰਕੇ ਫੈਕਟਰੀਆਂ ਬੰਦ ਕਰਵਾ ਦਿੰਦੇ ਹੋ। ਲਾਹਨਤੀ ਗੱਲ ਹੈ, ਤੁਹਾਡੇ 'ਤੇ ਇੱਕ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਲਾ ਕੇ ਇੱਕ ਫੈਕਟਰੀ ਬਣਾਈ ਹੈ, ਤੁਹਾਡਾ ਇੱਕ ਅਫਸਰ ਜਾਂਦਾ ਤੇ ਜਾ ਕੇ ਫੈਕਟਰੀ ਬੰਦ ਕਰਾ ਦਿੰਦਾ। ਇਹ ਤੁਹਾਡੀ ਮਾਈਂਡਸੈਟ ਹੈ, ਇਹ ਤੁਹਾਡੀ ਸਰਕਾਰ ਦਾ ਮਾਈਂਡਸੈਟ ਹੈ। ਮਾਨ ਸਾਹਿਬ ਜਿਹੜੀ ਕਹਿੰਦੀ ਸੀ ਕਿ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ, ਅਸੀਂ ਦਹਿਸ਼ਤ ਦਾ ਮਾਹੌਲ ਖਤਮ ਕਰਾਂਗੇ, ਅਸੀਂ ਜਿਹੜਾ ਇੱਥੇ ਇੰਸਪੈਕਟਰੀ ਰਾਜ ਆ ਉਹ ਖਤਮ ਕਰਾਂਗੇ। ਹਾਲਾਤ ਇਹ ਨੇ ਕਿ ਇੰਸਪੈਕਟਰੀ ਰਾਜ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ, ਦਹਿਸ਼ਤ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ, ਔਰ ਇਹਦਾ ਨਤੀਜਾ ਕੀ ਹੋਇਆ ਕਿ ਰਿਸ਼ਵਤਖੋਰੀ ਵੀ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਹੈ। ਇਹ ਤੁਹਾਨੂੰ ਇਸ ਗੱਲ ਨੂੰ ਸੋਚਣਾ ਪਏਗਾ। ਜਿੰਦਲ ਸਾਹਿਬ, ਸਵਾਲ ਫਿਰ ਇੱਥੇ ਹੀ ਆ ਜਾਂਦਾ ਹੈ ਕਿ ਇੱਕ ਹਫ਼ਤਾ ਨਹੀਂ ਹੋਇਆ ਸੀਐਮ ਸਾਹਿਬ ਨੂੰ ਲੁਧਿਆਣਾ ਦੇ ਇੰਡਸਟਰੀਅਲਿਸਟਾਂ ਨਾਲ ਮੁਲਾਕਾਤ ਕਰਕੇ ਗਏ ਨੂੰ। ਤੁਸੀਂ ਵੀ ਪ੍ਰਧਾਨ ਹੋ ਫੋਰਮ ਦੇ, ਤਾਂ ਕਿਤੇ ਨਾ ਕਿਤੇ ਤੁਸੀਂ ਆਪਣੇ ਮੁੱਦੇ ਡਿਸਕਸ ਨਹੀਂ ਕੀਤੇ ਸੀਐਮ ਸਾਹਿਬ ਦੇ ਨਾਲ ਕਿ ਜਿਹੜੇ ਮੁੱਦਿਆਂ ਦਾ ਹੁਣ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਦੇ ਸਾਹਮਣੇ ਰੱਖੇ ਜਾਣ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ? ਗੱਲ ਇਹ ਹੈ ਅਰੋੜਾ ਜੀ, 2017 ਦਾ ਜਦੋਂ ਇਹਨਾਂ ਦਾ ਮੈਨੀਫੈਸਟੋ ਬਣਿਆ ਸੀ ਨਾ, ਉਦੋਂ ਆਈ ਵਾਜ਼ ਵਨ ਆਫ ਦਾ ਪਾਰਟ ਆਫ ਦੈਟ ਮੈਨੀਫੈਸਟੋ। ਅਸੀਂ ਖੁਦ ਬਣਾਇਆ ਸੀ, ਖੁਦ ਉਹਨੂੰ ਰਿਲੀਜ਼ ਕਰਵਾਇਆ ਸੀ, ਔਰ ਇਹ ਸਾਰੇ ਮੁੱਦੇ 2017 ਦੇ ਮੈਨੀਫੈਸਟੋ 'ਚ ਪਏ ਨੇ। 2017 ਤੋਂ ਬਾਅਦ 2022 ਦਾ ਮੈਨੀਫੈਸਟੋ ਬਣਿਆ, ਇਹ ਮੁੱਦੇ ਸਾਰੇ ਉਹਦੇ 'ਚ ਵੀ ਨੇ। 2017 'ਚ ਕਿਹਨਾਂ ਦੇ ਨਾਲ ਬਣਾਏ ਸੀ ਇਹ? 2017 ਦੇ ਵਿੱਚ ਇਹਨਾਂ ਦੀ ਟੀਮ ਬਣੀ ਸੀ ਪੂਰੀ। ਮੈਂ ਖੁਦ ਗਿਆ ਇਹਨਾਂ ਦੇ ਨਾਲ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਗੋਬਿੰਦਗੜ੍ਹ, ਮੰਡੀ ਅਸੀਂ ਮੀਟਿੰਗਾਂ ਕੀਤੀਆਂ, ਲੁਧਿਆਣੇ ਮੀਟਿੰਗਾਂ ਕੀਤੀਆਂ ਇੰਡਸਟਰੀ ਦੇ ਨਾਲ। ਸਾਰੇ ਮੁੱਦੇ ਇਕੱਠੇ ਕੀਤੇ, ਸਾਰੇ ਮੁੱਦੇ ਇਕੱਠੇ ਕਰਕੇ ਇੰਡਸਟਰੀ ਦਾ ਇੱਕ ਮੈਨੀਫੈਸਟੋ ਬਣਾਇਆ ਗਿਆ ਸੀ ਆਮ ਆਦਮੀ ਪਾਰਟੀ ਦਾ। ਇਹ ਸਾਰੇ ਮਹੱਲਿਆਂ ਦੀ ਇੰਡਸਟਰੀ, ਇੰਸਪੈਕਟਰੀ ਰਾਜ, 5 ਰੁਪਏ ਬਿਜਲੀ, ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਸੀਗੀਆਂ। ਉਹ ਪੂਰੀ ਦੀਆਂ ਪੂਰੀਆਂ ਉਸ ਦੇ ਵਿੱਚ ਸੀਗੀਆਂ, ਔਰ ਇਹਨੂੰ ਪੂਰੀ ਤਰ੍ਹਾਂ ਸਰਕਾਰ ਨੇ ਬਿਲਕੁਲ, ਜੇ ਕਹਿ ਦਈਏ, ਉਹ ਕਹਿੰਦੇ ਆ ਕਿ ਆ ਕੇ ਸਾਡੇ ਨਾਲ ਗੱਲ ਕਰੋ। ਉਹ ਭਾਈ ਹੁਣ ਆ ਕੇ ਕੀ ਗੱਲ ਕਰੀਏ? ਤੁਸੀਂ ਤਾਂ ਕਹਿੰਦੇ ਸੀ ਅਸੀਂ 200 ਮੀਟਿੰਗਾਂ ਇੰਡਸਟਰੀ ਦੇ ਨਾਲ ਕੀਤੀਆਂ ਵੋਟਾਂ ਤੋਂ ਪਹਿਲਾਂ, ਤੇ ਸਾਨੂੰ ਕੱਲਾ ਮੁੱਦੇ ਦਾ ਪਤਾ। ਅਤੇ ਜੇ ਕੱਲੇ ਮੁੱਦੇ ਦਾ ਪਤਾ, ਫਿਰ ਤੁਸੀਂ ਕਿਉਂ ਐਕਸਪੈਕਟ ਕਰਦੇ ਹੋ ਕਿ ਇੰਡਸਟਰੀ ਆ ਕੇ ਤੁਹਾਨੂੰ ਮੁੱਦੇ ਦੱਸੇ? ਕਿਹੜੇ ਉਸ ਸਮੇਂ ਮੈਂਬਰ ਸੀਗੇ ਤੁਹਾਡੇ ਨਾਲ ਉਸ ਕਮੇਟੀ ਦੇ ਵਿੱਚ? ਕਿਉਂਕਿ ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ। 2017 ਦੇ ਵਿੱਚ ਅਮਨ ਅਰੋੜਾ ਜੀ ਸੀ, ਪੰਜਾਬ ਦੇ ਇੰਡਸਟਰੀ ਸੈੱਲ ਦੇ ਹੈੱਡ ਸੀਗੇ। ਕੰਵਰ ਜੀ ਸੀਗੇ, ਮੈਡਮ ਸੀਗੇ ਸਾਡੇ ਨਾਲ, ਮੈਂ ਉਹਨਾਂ ਦਾ ਨਾਮ ਥੋੜ੍ਹਾ ਜਿਹਾ ਯਾਦ ਨਹੀਂ ਰਹਿ ਰਿਹਾ, ਕੰਵਰ ਸੰਧੂ ਜੀ ਸੀਗੇ, ਮੈਂ ਵੀ ਸੀ, ਅਰੋੜਾ ਜੀ ਵੀ ਸੀ, ਅਮਨ ਜੀ ਵੀ ਸੀ, 2-3 ਲੋਕ ਹੋਰ ਸੀਗੇ, ਮੈਡਮ ਡੋਗਰਾ, ਚੰਦਰਸੁਧਾ ਡੋਗਰਾ ਸੀ। ਇਹ ਸਾਰੇ ਲੋਕ ਉਸ ਟਾਈਮ ਇੱਕ ਜਿਹੜੀ ਮੈਨੀਫੈਸਟੋ ਕਮੇਟੀ ਟ੍ਰੇਡ ਇੰਡਸਟਰੀ ਦੀ ਬਣੀ ਸੀਗੀ, ਉਹ ਸਾਰੇ ਉਸ 'ਤੇ ਵਿਚਾਰ ਕਰਨ ਵਾਸਤੇ ਉਹਦੇ ਸੀ। ਉਹਨਾਂ ਨੇ ਬਾਅਦ 'ਚੋਂ ਐਡੀਸ਼ਨਲੀ, ਕਿਉਂਕਿ ਮੈਂ ਉਸ ਟਾਈਮ ਇਹਨਾਂ ਦੇ ਨਾਲ ਸੀ ਐਜ਼ ਏ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਟੇਟ ਇੰਡਸਟਰੀ ਸੈੱਲ, ਤੇ ਇਹਨਾਂ ਨੇ ਮੈਨੂੰ ਵੀ ਨਾਲ ਰੱਖ ਲਿਆ ਸੀ ਕਿਉਂਕਿ ਮਿੰਟਸ ਨੋਟ ਕਰਨੇ। ਮਤਲਬ ਤੁਸੀਂ ਪਾਰਟੀ ਦੇ ਤੌਰ 'ਤੇ ਵੀ ਮੈਂਬਰ ਰਹੇ ਹੋ? ਤੁਸੀਂ? ਮੈਂ ਰਿਹਾ 2017 ਦੇ ਵਿੱਚ ਅਰੋੜਾ ਜੀ, ਮੈਂ ਇਸ ਪਾਰਟੀ ਦੇ ਵਿੱਚ ਅਮਨ ਜੀ ਦੇ ਨਾਲ ਐਜ਼ ਏ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਟ੍ਰੇਡ ਇੰਡਸਟਰੀ। ਅਮਨ ਜੀ ਸਾਡੇ ਸਟੇਟ ਪ੍ਰੈਜ਼ੀਡੈਂਟ ਸੀ, ਮੈਂ ਉਹਨਾਂ ਦੇ ਨਾਲ ਐਜ਼ ਏ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੇਵਾ ਨਿਭਾਈ ਹੈ। ਦੇਖੋ, ਅਸੀਂ ਮੈਨੀਫੈਸਟੋ ਬਣਾਇਆ ਸੀ, ਬਹੁਤ ਅੱਛਾ ਮੈਨੀਫੈਸਟੋ ਸੀ। ਪੂਰੇ ਸ਼ਹਿਰਾਂ ਦੇ, ਗੋਬਿੰਦਗੜ੍ਹ, ਲੁਧਿਆਣਾ, ਜਲੰਧਰ, ਹਰ ਸੈਕਟਰ ਵਾਈਜ਼ ਅਸੀਂ ਮੀਟਿੰਗਾਂ ਕੀਤੀਆਂ ਸੀ, ਬਹੁਤ ਵਧੀਆ ਮੈਨੀਫੈਸਟੋ ਬਣਾਇਆ ਸੀ। ਉਹ ਮੈਨੀਫੈਸਟੋ ਕਿੱਥੇ ਗਿਆ? ਤੁਹਾਨੂੰ ਤਾਂ ਅੱਜ ਇੰਡਸਟਰੀ ਕੋਲ ਜਾਣ ਦੀ ਲੋੜ ਹੀ ਨਹੀਂ, ਤੁਸੀਂ ਤਾਂ ਇੰਡਸਟਰੀ ਡਿਪਾਰਟਮੈਂਟ ਕੋਲ ਮੈਨੀਫੈਸਟੋ ਸੁੱਟ ਦੇ ਕਿ ਇਹਨੂੰ ਲਾਗੂ ਕਰ ਦਿਓ। ਗੱਲ ਉਹੀ ਆ ਜਾਂਦੀ ਹੈ ਕਿ ਜੇ ਤਾਂ ਤੁਹਾਡੀ ਨੀਅਤ ਹੋਵੇ। ਅੱਜ ਇੰਸਪੈਕਟਰੀ ਰਾਜ ਦੀ ਗੱਲ, ਸਿੰਗਲ ਵਿੰਡੋ ਦੀ ਗੱਲ ਕੀਤੀ ਜਾਂਦੀ ਹੈ, ਈਜ਼ ਆਫ ਡੂਇੰਗ ਦੀ ਬਿਜ਼ਨਸ ਦੀ ਗੱਲ ਕੀਤੀ ਜਾਂਦੀ ਹੈ, ਕਿੱਥੇ ਦਿਖਦੀ ਹੈ? ਤੁਹਾਡੀ ਸਿਰਫ ਪਾਲਿਸੀ ਤੱਕ ਈਜ਼ ਆਫ ਡੂਇੰਗ ਬਣ ਕੇ ਰਹਿ ਗਿਆ। ਅੱਜ ਕਿਸੇ ਦੀ NOC ਲਿਆ ਕੇ ਦਿਖਾ ਕੇ ਦਿਓ ਮੈਨੂੰ ਕਿ ਇੰਡਸਟਰੀਅਲ ਜ਼ੋਨ ਦੇ ਜਿਹੜੇ ਪਲਾਟ ਹੈ ਉਹਦੇ ਵੀ ਤੁਹਾਨੂੰ NOC ਆਰਾਮ ਨਾਲ ਮਿਲ ਜੇ, ਕਦੇ ਤੁਹਾਨੂੰ 36 ਗੇੜੇ ਨਾ ਮਾਰਨੇ ਪੈ ਜਾਣ। ਇਸ ਕਰਕੇ ਜਿਹੜੀਆਂ ਦਾਅਵੇਦਾਰੀਆਂ ਸਰਕਾਰ, ਦੇਖੋ ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਦੀ ਗਲਤੀ ਹੈ ਜਾਂ ਸਰਕਾਰ ਦੀ ਗਲਤੀ ਹੈ, ਕਿਤੇ ਨਾ ਕਿਤੇ ਬਿਊਰੋਕਰੇਸੀ ਜਿਹੜੀ ਹੈ, ਸਹੀ ਤੱਥ ਜਿਹੜੇ ਉਹ ਸਰਕਾਰ ਤੱਕ ਨਹੀਂ ਪਹੁੰਚਾ ਰਹੀ। ਸਰਕਾਰ ਤੱਕ ਤੱਥ ਪਹੁੰਚਣੇ ਜ਼ਰੂਰੀ ਸੀ, ਔਰ ਜੇ ਉਹਨਾਂ ਨੂੰ ਨਹੀਂ ਪਹੁੰਚ ਰਹੇ ਤਾਂ ਇਸ ਕਰਕੇ ਸਰਕਾਰ ਦੀ ਵੀ ਗਲਤੀ ਹੈ ਕਿ ਉਹਨਾਂ ਨੂੰ ਬਿਊਰੋਕਰੇਸੀ ਨੂੰ ਪਿਕਚਰ 'ਚੋਂ ਬਾਹਰ ਕਰਕੇ ਸਿੱਧਾ ਇੰਡਸਟਰੀ ਨੂੰ ਮਿਲਣਾ ਚਾਹੀਦਾ ਸੀ। ਕਿਉਂਕਿ ਜਦੋਂ ਤੁਸੀਂ ਵਿੱਚ ਇੱਕ ਬਾਈ ਚੈਨਲ, ਕਿਉਂਕਿ ਸਾਡੀ ਬਦਕਿਸਮਤੀ ਹੈ ਕਿ ਇਹ ਹੈ ਕਿ ਉਹੀ ਬਿਊਰੋਕਰੇਸੀ ਸੁਖਬੀਰ ਬਾਦਲ ਜੀ ਦੇ ਟਾਈਮ 'ਚ ਸੀ, ਉਹੀ ਬਿਊਰੋਕਰੇਸੀ ਜਿਹੜੀ ਸੀ ਉਹ ਕੈਪਟਨ ਸਾਹਿਬ ਦੇ ਟਾਈਮ 'ਚ ਵੀ ਸੀ, ਉਹੀ ਬਿਊਰੋਕਰੇਸੀ ਜਿਹੜੀ ਹੈ ਹੁਣ ਆਮ ਆਦਮੀ ਪਾਰਟੀ ਦੀ। ਕਿਉਂਕਿ ਬਿਊਰੋਕਰੇਸੀ ਬਦਲੀ ਨਹੀਂ ਜਾ ਸਕਦੀ, ਕਿਉਂਕਿ ਵਰਕਿੰਗ ਸਟਾਈਲ ਸੇਮ ਹੋ ਜਾਂਦਾ। ਅੱਜ ਜੇ ਆਮ ਆਦਮੀ ਪਾਰਟੀ ਸੁਖਬੀਰ ਬਾਦਲ ਜੀ ਨੂੰ, ਕਹਿਣ ਦਾ ਮਤਲਬ ਸਰਕਾਰਾਂ ਚੇਂਜ ਹੋ ਗਈਆਂ, ਅਫਸਰਸ਼ਾਹੀ ਹੋਈ ਹੈ? ਅਫਸਰਸ਼ਾਹੀ ਨਹੀਂ ਬਦਲੀ, ਉਹ ਤਾਂ ਆਫਿਸਰ ਤੇ ਉਹੀ ਨੇ। ਉਹ ਪਹਿਲਾਂ ਛੋਟੇ ਆਫਿਸਰ ਸੀ, ਸੈਕਟਰੀ ਲੈਵਲ ਦੇ ਸੀ, ਹੁਣ ਪ੍ਰਿੰਸੀਪਲ ਸੈਕਟਰੀ ACS ਬਣ ਗਏ, CS ਬਣ ਗਏ, ਉਹ ਪ੍ਰਮੋਟ ਹੋਏ ਗਏ। ਲੇਕਿਨ ਅਲਟੀਮੇਟਲੀ ਜਿਹੜੀ ਹੈ ਉਹ ਬਿਊਰੋਕਰੇਸੀ ਉਹੀ ਰਹੀ ਹੈ।
ਇਸ ਕਰਕੇ ਤੁਸੀਂ ਅੱਜ ਜੇ ਸੁਖਬੀਰ ਬਾਦਲ ਦੀ ਸਰਕਾਰ ਨੂੰ ਗਾਲਾਂ ਕੱਢ ਰਹੇ ਹੋ, ਉਹਨਾਂ ਦੀ ਪਾਲਿਸੀ ਵੀ ਤਾਂ ਉਸੇ ਸਰਕਾਰ ਨੇ, ਉਹੀ ਬਿਊਰੋਕਰੇਸੀਆਂ ਨੇ ਬਣਾਈ ਸੀ। ਜੇ ਤੁਸੀਂ ਕੈਪਟਨ ਸਾਹਿਬ ਨੂੰ ਗਾਲਾਂ ਕੱਢ ਰਹੇ ਹੋ, ਉਹਨਾਂ ਦੀ ਵੀ ਤਾਂ ਪਾਲਿਸੀ ਉਹੀ ਬਿਊਰੋਕਰੇਸੀ ਨੇ ਬਣਾਈ ਸੀ। ਅੱਜ ਜਿਹੜੀ ਤੁਹਾਡੀ ਪਾਲਿਸੀ ਹੈ, ਮੈਂ ਬਦਕਿਸਮਤੀ ਨਾ ਕਹਾਂਗੇ, ਅੱਜ ਫਿਰ ਵੀ ਉਹ ਉਹਨਾਂ ਨੇ ਬਣਾਈ ਹੈ। ਤੁਸੀਂ ਜਿਹੜੇ ਜਨਤਾ ਦੇ ਮੁੱਦੇ ਲਿੱਤੇ ਸੀ, ਉਹ ਤਾਂ ਤੁਹਾਡੇ ਆਏ ਹੀ ਨਹੀਂ। ਅੱਜ ਐਗਜ਼ਿਸਟਿੰਗ ਇੰਡਸਟਰੀ ਜਿਹੜੀ ਘਰਾਂ ਦੇ ਵਿੱਚ ਫੈਕਟਰੀਆਂ ਚਲਾ ਰਹੀ ਹੈ, ਜਿਹੜੀਆਂ ਛੋਟੇ ਛੋਟੇ ਰੁਜ਼ਗਾਰ ਪੈਦਾ ਕਰ ਰਹੀ ਹੈ, ਤੁਹਾਡੀ ਇਨਵੈਸਟ ਪੰਜਾਬ ਤੋਂ ਉਹਨੂੰ ਜਗ੍ਹਾ ਹੀ ਨਹੀਂ ਮਿਲੀ। ਅੱਜ ਇਨਵੈਸਟ ਪੰਜਾਬ 'ਚ ਜਿਹਨੇ ਜਾਣਾ ਹੈ, ਘੱਟੋ ਘੱਟ ਉਹਨੂੰ 50-60 ਲੱਖ ਦੀ ਇਨਵੈਸਟਮੈਂਟ ਕਰੂਗਾ, ਫਿਰ ਉਹਦੇ 'ਚ ਐਲੀਜੀਬਲ ਹੋ ਪਾਊਗਾ। ਜਾਂ ਕਿਉਂਕਿ ਉਸ ਤੋਂ ਬਿਨਾਂ ਜੇ ਇਹਨਾਂ ਨੇ ਰੱਖ ਵੀ ਦਿੱਤਾ ਕ੍ਰਾਈਟੇਰੀਆ, ਉਹਨੂੰ ਬੈਨੀਫਿਟ ਹੀ ਨਹੀਂ ਮਿਲਦੇ, ਕਿਉਂਕਿ ਉਹਦਾ ਸਾਈਜ਼ ਸਿਸਟਮ ਇੱਦਾਂ ਦਾ ਕਿ ਸੀਏ ਲੈ ਕੇ ਆਓ, ਇੱਕ ਉਹਦੇ ਬੈਂਕ ਦਾ ਲੋਨ ਦਾ ਐਪਲੀਕੇਸ਼ਨ ਕਰਾਓ ਫਲਾਣ। ਉਹ ਛੋਟੇ ਇੰਡਸਟਰੀਆਂ ਵਾਸਤੇ ਬਿਲਕੁਲ। ਔਰ 99% ਇੰਡਸਟਰੀ ਅੱਜ ਮਾਈਕਰੋ ਇੰਡਸਟਰੀ ਹੈ ਪੰਜਾਬ ਦੀ, ਔਰ ਅੱਜ 70% 80% ਜਿਹੜਾ ਉਹ ਮਾਈਕਰੋ ਰੋਜ਼ਗਾਰ ਦੇ ਰਿਹਾ ਪੰਜਾਬ ਦੇ ਵਿੱਚ। ਜਿਹੜੇ ਤੁਹਾਡੇ ਬਾਕੀ ਦੇ ਹੈ ਮਾਈਕਰੋ ਸਮਾਲ ਮੀਡੀਅਮ, ਜਿਹੜੀ ਮੀਡੀਅਮ ਅਤੇ ਲਾਰਜ ਹੈ, ਉਹ ਤਾਂ ਬਹੁਤ ਘੱਟ ਰੁਜ਼ਗਾਰ ਦਿੰਦੀ ਪਈ ਹੈ। ਤੁਸੀਂ ਆਪਣੇ ਸਾਰੇ ਖਜ਼ਾਨੇ ਉਹਨਾਂ ਵਾਸਤੇ ਖੋਲ੍ਹ ਦਿੰਦੇ ਹੋ। ਅੱਜ 1900 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਇੰਡਸਟਰੀ ਨੂੰ ਦਿੰਦੇ ਹੈ। 1900 ਕਰੋੜ ਦੇ ਵਿੱਚੋਂ ਜਿਹੜੇ 1 ਲੱਖ ਬੰਦਾ ਸਮਾਲ ਵਾਲਾ, ਉਹਨੂੰ ਸਿਰਫ 57 ਕਰੋੜ ਰੁਪਈਆ ਮਿਲਦਾ। 57 ਕਰੋੜ ਰੁਪਈਆ 1 ਲੱਖ ਬੰਦੇ ਨੂੰ। ਔਰ ਜਿਹੜਾ 8100 ਲਾਰਜ ਹੈ, ਉਹ 1600 ਕਰੋੜ ਲੈ ਜਾਂਦਾ ਉਹਦੇ 'ਚ। ਇਸ ਕਰਕੇ ਤੁਹਾਡੀਆਂ ਪਾਲਿਸੀਆਂ ਹੀ ਇੱਦਾਂ ਦੀਆਂ ਕਿ ਬੜਿਆਂ ਵਾਸਤੇ ਬਣੀਆਂ, ਛੋਟੇ ਤਾਂ ਤੁਸੀਂ ਵਿੱਚ ਰੱਖੇ ਹੀ ਨਹੀਂ ਕਿਸੇ ਪਾਲਿਸੀ ਦੇ ਵਿੱਚ। ਔਰ ਉਹੀ ਰਿਪੀਟ ਹੋਈ ਜਾ ਰਹੀ ਹੈ। ਗੱਲਾਂ ਕਰਕੇ ਆਏ ਆਪਾਂ ਜੀ ਛੋਟੀ ਇੰਡਸਟਰੀ, ਛੋਟੀ ਇੰਡਸਟਰੀ, ਛੋਟੀ ਇੰਡਸਟਰੀ। ਕੀ ਮਿਲ ਗਿਆ ਛੋਟੀ ਇੰਡਸਟਰੀ? ਛੋਟੀ ਇੰਡਸਟਰੀ ਸਭ ਤੋਂ ਵੱਧ ਇਸ ਟਾਈਮ 0 ਪੁਆਇੰਟ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, 0.45% ਗਰੋਥ ਰੇਟ ਹੈ ਪਿਛਲੇ 2012 ਤੋਂ ਲੈ ਕੇ 2022 ਦੀ ਗੱਲ ਕਰ ਲਈਏ ਜੀ। ਜਿੰਦਲ ਸਾਹਿਬ, ਸਵਾਲ ਆ ਜਾਂਦਾ ਹੁਣ ਕੇਂਦਰ ਤੋਂ ਲੈ ਕੇ ਪੰਜਾਬ ਦੀ ਸਰਕਾਰ ਤੱਕ। ਕੇਂਦਰ ਨੇ ਆਪਣਾ ਬਜਟ ਪੇਸ਼ ਕਰ ਦਿੱਤਾ ਔਰ ਪੰਜਾਬ ਸਰਕਾਰ ਥੋੜ੍ਹੇ ਹੀ ਦਿਨਾਂ ਦੇ ਵਿੱਚ ਆਪਣਾ ਬਜਟ ਪੇਸ਼ ਕਰੇਗੀ। ਜਦੋਂ ਇਸ ਬਜਟ ਨੂੰ ਪੇਸ਼ ਕੀਤਾ ਜਾਵੇਗਾ ਤਾਂ ਕਿਤੇ ਨਾ ਕਿਤੇ ਇੰਡਸਟਰੀ ਰਾਹਤ ਦੀ ਮੰਗ ਕਰਦੀ ਆ। ਉਹ ਸੋਚਦੀ ਹੈ ਕਿ ਸਾਡੇ ਲਈ ਕਿਸ ਤਰੀਕੇ ਦੇ ਨਾਲ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਹੈ, ਉਹ ਕਿਸ ਤਰੀਕੇ ਦੇ ਨਾਲ ਰਾਹਤ ਦੇਵੇਗੀ। ਪਰ ਤੁਹਾਨੂੰ ਕਿਸ ਤਰੀਕੇ ਦੀਆਂ ਉਮੀਦਾਂ ਨੇ? ਕਿਉਂਕਿ ਇੰਡਸਟਰੀ ਦਾ ਤੁਸੀਂ ਜ਼ਿਕਰ ਕੀਤਾ, ਛੋਟੇ ਛੋਟੇ ਤੁਸੀਂ ਪੁਆਇੰਟਸ ਦੱਸੇ ਨੇ ਕਿ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ ਕ੍ਰਾਈਟੇਰੀਆ ਬਣਾਉਣਾ ਚਾਹੀਦਾ, ਸਰਕਾਰ ਕਿਸ ਤਰੀਕੇ ਦੇ ਨਾਲ ਰਿਆਇਤਾਂ ਦੇ ਰਹੀ ਹੈ। ਪਰ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਣਾ, ਉਹਨੂੰ ਲੈ ਕੇ ਤੁਹਾਡੀ ਕਿਸ ਤਰੀਕੇ ਦੀ ਰਾਏ? ਉਹ ਗੱਲ ਇਹ ਹੈ ਕਿ ਪਹਿਲਾਂ ਹਾਲਾਤ ਇੱਦਾਂ ਦੇ ਹੁੰਦੇ ਸੀ ਕਿ ਆਪਾਂ ਹਰ ਚੀਜ਼ ਬਜਟ 'ਚ ਲੈ ਕੇ ਆਉਂਦੇ ਸੀ। ਅੱਜ ਕੱਲ੍ਹ ਸਿਸਟਮ ਬਦਲ ਗਿਆ। ਅੱਜ ਕੱਲ੍ਹ ਪੋਲੀਟੀਕਲ ਸਿਸਟਮ ਹੈ। ਅੱਜ ਕੱਲ੍ਹ ਥੋੜ੍ਹਾ ਮੀਡੀਆ ਦਾ ਇਨਫਲੂਐਂਸ ਬਹੁਤ ਹੈ ਸਰਕਾਰਾਂ 'ਤੇ। ਇਸ ਕਰਕੇ ਸਰਕਾਰ ਘੋਸ਼ਣਾਵਾਂ ਪਹਿਲਾਂ ਕਰ ਦਿੰਦੀ ਹੈ, ਉਹਦੀ ਇੰਪਲੀਮੈਂਟੇਸ਼ਨ ਜਿਹੜੀ ਉਹ ਬਜਟ 'ਚ ਹੁੰਦੀ ਹੈ। ਜਿੱਦਾਂ 1000 ਰੁਪਏ ਲੇਡੀਜ਼ ਨੂੰ ਦੇਣ ਦਾ ਪ੍ਰੋਮਿਸ ਹੈ, ਉਹ ਘੋਸ਼ਣਾ ਕੀਤੀ ਹੋਈ ਹੈ। ਬਜਟ ਆਏਗਾ, ਉਹਦੇ 'ਚ ਪ੍ਰੋਵੀਜ਼ਨ ਹੋ ਜਾਏਗੀ। ਅੱਜ ਇੰਡਸਟਰੀ ਨੂੰ 5 ਰੁਪਏ ਬਿਜਲੀ ਦਾ ਜਿਹੜਾ ਮੁੱਦਾ ਹੈ, ਜਿਹੜਾ ਕਿ ਜਿਹਦੇ ਕਰਕੇ ਸੁਖਬੀਰ ਬਾਦਲ ਦੀ ਸਰਕਾਰ ਗਿਰੀ, ਜਿਹਦੇ ਕਰਕੇ ਕੈਪਟਨ ਦੀ ਸਰਕਾਰ ਗਿਰੀ, ਕਿਉਂਕਿ ਪਿੰਡਾਂ 'ਚੋਂ ਤਾਂ ਇਹਨਾਂ ਨੂੰ ਵੋਟਾਂ ਮਿਲ ਗਈਆਂ। ਅੱਜ ਕਾਂਗਰਸ ਜਿਹੜੀ ਫੇਲ ਹੋਈ, ਸ਼ਹਿਰਾਂ 'ਚੋਂ ਫੇਲ ਹੋਈ। ਸੁਖਬੀਰ ਬਾਦਲ ਦੀ ਸਰਕਾਰ ਫੇਲ ਹੋਈ, ਸ਼ਹਿਰਾਂ 'ਚ ਫੇਲ ਹੋਈ। ਉਹਦਾ ਜਿਹੜਾ ਮੌਕਾ ਮਿਲਿਆ ਸ਼ਹਿਰਾਂ 'ਚ ਕੌਣ ਸੀ? ਮੈਕਸਿਮਮ ਟ੍ਰੇਡ ਐਂਡ ਇੰਡਸਟਰੀ, ਜਿਹਨੂੰ ਉਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਅਤੇ ਉਹਨਾਂ ਨੂੰ ਲੱਗਿਆ ਸਰਕਾਰ ਨੂੰ ਕਿ ਲੋਕਾਂ ਨੂੰ ਕਿ ਸਾਨੂੰ ਬੇਵਕੂਫ ਬਣਾ ਰਹੇ ਆ। ਲੋਕਾਂ ਨੇ ਫੈਸਲਾ ਇੱਕਦਮ ਝਾੜੂ ਫੇਰਤਾ ਅਤੇ ਝਾੜੂ ਲਿਆਏ। ਠੀਕ ਹੈ। ਹੁਣ ਕੀ ਹੈ ਕਿ ਜੇ ਤੁਸੀਂ ਉਹੀ ਗੱਲਾਂ ਕਰੋਗੇ, ਉਹ 5 ਰੁਪਏ ਬਿਜਲੀ ਕਹਿ ਕੇ ਤੁਸੀਂ ਸਾਨੂੰ 10 ਰੁਪਏ ਬਿਜਲੀ ਦੇਵੋਗੇ, ਅਤੇ ਅਗਲੀ ਵਾਰੀ ਫਿਰ ਅਸੀਂ ਵੀ ਝਾੜੂ ਮਾਰ ਦਾਂਗੇ। ਉਹ ਝਾੜੂ ਮਾਰਾਂਗੇ, ਕੋਈ ਹੋਰ ਸਰਕਾਰ ਆ ਜਾਊ। ਗੱਲ ਇਹ ਹੈ ਕਿ ਤੁਸੀਂ ਆਪਣੇ ਵਾਅਦੇ ਨਿਭਾਓ। ਤੁਸੀਂ 5 ਰੁਪਏ ਬਿਜਲੀ ਹੈ, ਜੋ ਵੀ ਮੈਨੀਫੈਸਟੋ ਤੁਸੀਂ ਆਪਣਾ ਲਾਗੂ ਕੀਤਾ, ਇੰਸਪੈਕਟਰੀ ਰਾਜ ਹੈ, 5 ਰੁਪਏ ਬਿਜਲੀ ਹੈ। ਅੱਜ ਤੁਸੀਂ ਨਵੀਂ ਇੰਡਸਟਰੀ ਨੂੰ ਜੋ ਦੇਣਾ ਚਾਹੁੰਦੇ ਹੋ, ਸਾਨੂੰ ਵੀ ਦੇ ਦਿਓ। ਅਸੀਂ ਕਿਹੜਾ ਕੋਈ ਮਤਰੇਈ ਮਾਂ ਦੇ ਤੁਹਾਡੇ, ਜਾਂ ਤੁਸੀਂ ਕਹੋ ਕਿ ਅਸੀਂ ਪਾਕਿਸਤਾਨ ਤੋਂ ਆ ਕੇ ਇੱਥੇ ਫੈਕਟਰੀਆਂ ਲਾ ਲਈਆਂ ਵੀ ਸਾਡੇ ਨਾਲ ਤੁਸੀਂ ਆਹ ਸਲੂਕ ਕਰ ਰਹੇ ਹੋ ਕਿ ਨਵਿਆਂ ਨੂੰ ਤੁਸੀਂ ਜਾ ਕੇ ਕਹਿ ਦਿਓ ਕਿ ਅਸੀਂ ਤੁਹਾਨੂੰ 200% ਵੀ ਦੇਵਾਂਗੇ, 5 ਰੁਪਏ ਬਿਜਲੀ ਵੀ ਦੇਵਾਂਗੇ, ਅਤੇ 4000 ਰੁਪਏ ਵਰਕਰ ਨੂੰ ਵੀ ਦੇਵਾਂਗੇ। ਅਤੇ ਸਾਨੂੰ ਕਹਿ ਦਿਓ ਕਿ ਜਾਓ ਬੈਟ ਅਸੈਸਮੈਂਟਾਂ ਵਾਸਤੇ ਧੱਕੇ ਖਾਓ, ਉੱਥੇ 12 ਰੁਪਏ ਬਿਜਲੀ ਵੀ ਦੇਵਾਂਗੇ, ਅਤੇ ਤੁਹਾਨੂੰ ਅਸੀਂ NOCਆਂ ਵਾਸਤੇ ਵੀ ਨੱਕ ਰਗੜਵਾਵਾਂਗੇ ਤੁਹਾਡੇ। ਇਸ ਕਰਕੇ ਇਹ ਜਿਹੜੇ ਇੱਕ ਸਟੈਪ ਮਦਰਲੀ ਜਿਹੜੇ ਟਰੀਟਮੈਂਟ ਐਗਜ਼ਿਸਟਿੰਗ ਨਾਲ ਹੋ ਰਹੇ, ਬਰਦਾਸ਼ਤ ਨਹੀਂ ਹੋਣੇ। ਇਹ 2024 ਦੀਆਂ ਵੋਟਾਂ ਬਹੁਤ ਦੂਰ ਨਹੀਂ ਹੈ। ਉਸ ਤੋਂ ਪਹਿਲਾਂ ਤੁਹਾਡੀਆਂ ਕਾਰਪੋਰੇਸ਼ਨ ਦੀਆਂ ਵੋਟਾਂ ਆ ਜਾਣੀਆਂ। ਇਸ ਕਰਕੇ ਪਬਲਿਕ ਹੈ, ਇਹ ਇੰਡਸਟਰੀ ਹੈ, ਪਰੇਸ਼ਾਨ ਹੁੰਦੀ ਹੈ, ਇਹ ਆਪਣਾ ਗੁੱਸਾ ਵੋਟਾਂ 'ਚ ਹੀ ਕੱਢਦੀ ਹੈ। ਅਸੀਂ ਕਿਸਾਨਾਂ ਵਾਂਗੂ ਨਾ ਤਾਂ ਸੜਕਾਂ 'ਤੇ ਆਉਂਦੇ ਹਾਂ, ਨਾ ਅਸੀਂ ਕੋਈ ਭੰਨ ਤੋੜ ਕਰਦੇ ਹਾਂ, ਨਾ ਅਸੀਂ ਟੋਲ ਪਲਾਜ਼ੇ ਹੈ। ਸਾਡੇ ਕੋਲ ਤਾਂ ਇੱਕ ਹੈ ਲਾਸਟ ਦੇ ਵਿੱਚ ਕਿ ਜਦੋਂ ਸਾਨੂੰ ਲੱਗਦਾ ਕਿ ਸਰਕਾਰਾਂ ਦੁਖੀ ਕਰ ਰਹੀਆਂ, ਅਸੀਂ ਇਕੱਠੇ ਹੋ ਕੇ ਫਿਰ ਆਪਸ 'ਚ ਸਲਾਹ ਕਰਦੇ ਹਾਂ, ਫਿਰ ਵੋਟਾਂ ਸਰਕਾਰ ਨੂੰ ਦੱਸਦੇ ਹਾਂ ਕਿ ਇਹ ਭੁਲੇਖੇ 'ਚ ਰਹਿੰਦੀਆਂ। ਇਹ ਸਰਕਾਰ, ਇਹ ਭੁਲੇਖਾ ਸੁਖਬੀਰ ਬਾਦਲ ਨੂੰ ਸੀ। ਉਹ 2025 ਦੇ ਪਲਾਨ ਬਣਾਈ ਜਾਂਦੇ ਸੀ ਕਿ 2025 2040 ਦੇ 17 'ਚ ਝਾੜੂ ਮਾਰ ਕੇ ਉਹ ਪਰਾਂ ਕਰ ਦਿੱਤਾ। ਕੈਪਟਨ ਸਾਹਿਬ ਬਣਾ ਰਹੇ ਸੀ 2025 ਦੇ 2040 ਦੇ ਪਲਾਨ, 2022 ਦੇ ਵਿੱਚ ਕਰਕੇ ਉਹ ਪਿੱਛੇ ਕਰ ਦਿੱਤਾ। ਔਰ ਜੇ ਸਰਕਾਰ ਨੂੰ ਲੱਗਦਾ ਕਿ ਦਿੱਲੀ ਵਾਂਗੂ 3-3
ਟਰਮਾਂ ਇਹ ਪੰਜਾਬ ਦੇ ਲੋਕ ਨੇ, ਦਿੱਲੀ ਵਾਲੇ ਨਹੀਂ ਹੈ ਕਿ ਬਰਦਾਸ਼ਤ ਕਰੀ ਜਾਣਗੇ। ਇਹ ਤਾਂ ਬਸ ਇੱਕ ਵਾਰ ਤੋਂ ਵੱਧ ਨਹੀਂ ਬਰਦਾਸ਼ਤ ਕਰਦੇ। ਉਹ ਪਿਛਲੀ ਵਾਰ ਪਤਾ ਨਹੀਂ ਕੀ ਭੁਲੇਖੇ ਨਾਲ 2012 'ਚ ਬਰਦਾਸ਼ਤ ਕਰ ਗਏ, ਨਹੀਂ ਤਾਂ ਇਹਨਾਂ ਦੀ ਤਾਂ ਆਦਤ ਹੈ ਕਿ ਮਾੜਾ ਮੋਟਾ ਇੱਧਰ ਉੱਧਰ ਹੋਇਆ ਤੇ ਕੰਮ ਫਤਿਹ ਹੈ। ਔਰ ਐਤਕੀ ਮੈਨੂੰ ਲੱਗਦਾ ਕਿ 2000 ਤੁਸੀਂ ਆ ਜਦੋਂ ਤੁਹਾਡੇ ਇਲੈਕਸ਼ਨ ਆਉਣਗੇ 24 ਦੇ ਵਿੱਚ ਮੈਂਬਰ ਪਾਰਲੀਮੈਂਟ ਦੇ, ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਬੜੀ ਸ਼ਾਬਾਸ਼ੀ ਦਿੰਦਾ, ਬਹੁਤ ਸ਼ਾਬਾਸ਼ੀ ਦਿੰਦਾ। ਇਲੈਕਸ਼ਨ ਰਿਜ਼ਲਟ ਨਿਕਲੇ ਨੂੰ 2 ਮਹੀਨੇ ਨਹੀਂ ਸੀ ਹੋਏ, ਸੰਗਰੂਰ ਵਾਲਿਆਂ ਨੇ ਕਹਿ ਦਿੱਤਾ ਕਿ ਭਈਆ ਚੱਕ ਲਓ। ਜਿੱਥੋਂ ਇਹ ਇਹਨਾਂ ਦੇ ਬੰਦੇ ਲੱਖ ਲੱਖ ਵੋਟ 'ਤੇ ਜਿੱਤੇ ਸੀ, 70 ਹਜ਼ਾਰ ਵੋਟ 'ਤੇ ਜਿੱਤੇ ਸੀਗੇ, ਉਹ 13 ਕੌਂਸਟੀਟੂਐਂਸੀਆਂ ਨੇ ਚੱਕ ਕੇ ਜਮਾ ਹੀ ਇਹਨਾਂ ਨੂੰ ਪਾਰ ਸਾਫ਼ ਕਰਕੇ ਪਰਾਂ ਮਾਰਿਆ ਸਿਰਫ 2 ਮਹੀਨੇ ਬਾਅਦ। ਇਸ ਕਰਕੇ ਪੰਜਾਬ ਦੇ ਲੋਕ ਇਹ ਜ਼ਿਆਦਾ ਇੰਤਜ਼ਾਰ ਨਹੀਂ ਕਰਾਉਂਦੇ, ਸਰਕਾਰਾਂ ਨੂੰ ਦੱਸ ਦਿੰਦੇ ਆ ਕਿ ਭਾਈ ਇਹ ਆਪਣਾ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰੋ, ਕਿਤੇ ਭੁਲੇਖੇ 'ਚ ਨਾ ਰਹਿ ਜਿਓ ਕਿ ਦਿੱਲੀ 'ਚ ਸਾਨੂੰ 15 ਸਾਲ ਹੋ ਗਏ ਤੇ ਪੰਜਾਬ 'ਚ ਵੀ ਅਸੀਂ 15-20 ਸਾਲ ਕੱਢ ਲਾਂਗੇ। ਜਿੰਦਲ ਸਾਹਿਬ, ਲਾਸਟ ਸਵਾਲ ਆ ਥੋੜ੍ਹੇ ਲਫ਼ਜ਼ਾਂ ਦੇ ਵਿੱਚ, ਹੁਣ ਕਿਸ ਤਰੀਕੇ ਦੇ ਨਾਲ ਇੰਡਸਟਰੀ ਦੇਖਦੀ ਹੈ, ਕਿਸ ਤਰੀਕੇ ਦੀਆਂ ਉਮੀਦਾਂ ਸੀਗੀਆਂ ਪਰ ਤੁਸੀਂ ਸਾਰਾ ਉਹਦਾ ਜ਼ਿਕਰ ਕਰ ਦਿੱਤਾ, ਹੁਣ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਇੰਡਸਟਰੀ ਬਾਹਰ ਵੀ ਜਾ ਰਹੀ ਹੈ, ਉਹ ਕਹਿੰਦੇ ਅਸੀਂ ਇੱਥੇ ਲੈ ਕੇ ਆਣੀ? ਦੇਖੋ ਗੱਲ ਹੈ ਕਿ ਜਿਹੜੀ ਬੜੀ ਇੰਡਸਟਰੀ ਉਹ ਕਿਤੇ ਵੀ ਜਾ ਸਕਦੀ ਹੈ। ਜਿਹੜੇ ਲਾਰਜ ਇੰਡਸਟਰੀ ਹੈ, ਉਹ ਲਾਰਜ ਇੰਡਸਟਰੀ ਦਾ ਫੋਕਸ ਹੁੰਦਾ ਹੈ ਕਿ ਜਿੱਥੇ ਉਹਨਾਂ ਨੂੰ ਵਧੀਆ ਇਨਫਰਾਸਟ੍ਰਕਚਰ ਮਿਲਦਾ ਉੱਥੇ ਚਲੀ ਜਾਂਦੀ ਹੈ। ਮੈਂ ਪਹਿਲਾਂ ਕਿਹਾ ਕਿ ਤੁਹਾਡੇ ਨਾਲ ਜਿਹੜੀ ਜੁੜੀ ਰਹਿਣ ਵਾਲੀ ਇੰਡਸਟਰੀ ਹੈ ਉਹ ਸਮਾਲ ਅਤੇ ਮੀਡੀਅਮ ਹੈ, ਵਿਚਾਰੇ ਕਿਤੇ ਨਹੀਂ ਜਾਂਦੇ। ਉਹ ਤੁਹਾਡੀ ਸਟੇਟ 'ਤੇ ਡਿਪੈਂਡ ਹੈ, ਉਹ ਤੁਹਾਡੇ 'ਤੇ ਡਿਪੈਂਡ ਹੁੰਦੇ ਆ। ਔਰ ਤੁਸੀਂ ਹਿਸਟਰੀ ਕੱਢ ਕੇ ਦੇਖ ਲਓ ਕਿ ਲੈਸ ਦੈਨ 1% ਆਫ ਮਾਈਕਰੋ ਐਂਡ ਸਮਾਲ ਇੰਡਸਟਰੀ ਉਹ ਮਾਈਗਰੇਟ ਕੀਤੀ ਹੋਣੀ ਹੈ ਪੰਜਾਬ 'ਚੋਂ। ਜਿਹੜੇ ਲਾਰਜ ਨੇ ਉਹਨਾਂ ਨੇ ਤਾਂ ਆਪਣੇ ਇੱਥੇ ਵੀ ਦਫ਼ਤਰ ਖੋਲ੍ਹ ਰੱਖੇ ਹੈ, ਆਪਣੇ MP 'ਚ ਵੀ ਦਫ਼ਤਰ ਖੋਲ੍ਹ ਰੱਖੇ ਹੈ, ਮਹਾਰਾਸ਼ਟਰ 'ਚ ਵੀ ਖੋਲ੍ਹ ਰੱਖੇ ਹੈ, ਚੇਨਈ 'ਚ ਵੀ ਖੋਲ੍ਹ ਰੱਖੇ ਹੈ। ਉਹ ਉਹਨਾਂ ਦਾ ਕੰਮ ਹੀ ਹੈ। ਉਹਨਾਂ ਨੂੰ ਉਹ ਇੱਦਾਂ ਹੀ ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਇੰਡਸਟਰੀਆਂ ਉਹਨਾਂ ਨੂੰ ਲੱਗੇਗੀ ਕਿ ਇੱਥੇ ਕੋਈ ਮਾਰਕੀਟ, ਇੱਥੇ ਰॉ ਮਟੀਰੀਅਲ, ਇੱਥੇ ਕੇਵਲ ਦੂਜੀ। ਪੰਜਾਬ 'ਚ ਸਰਵਾਈਵਲ ਬੜਾ ਮੁਸ਼ਕਿਲ ਹੈ। ਪੰਜਾਬ 'ਚ ਤੁਹਾਡੀ ਬਿਜਲੀ ਕਹਿਣ ਨੂੰ ਇਹ 5 ਰੁਪਏ ਕਹਿੰਦੇ, 9 ਰੁਪਏ ਬਿਜਲੀ ਹੈ ਪੰਜਾਬ 'ਚ। ਝੂਠ ਬੋਲ ਕੇ 5 ਰੁਪਏ ਬਿਜਲੀ ਪੁਰਾਣੀ ਇੰਡਸਟਰੀ ਨੂੰ ਕਹਿ ਰਹੇ। ਤੁਹਾਡਾ ਲੋਹਾ ਮਹਿੰਗਾ ਹੈ, ਤੁਹਾਡੀ ਲੇਬਰ ਮਹਿੰਗੀ ਹੈ, ਤੁਹਾਡੀ ਲੈਂਡ ਮਹਿੰਗੀ ਹੈ। ਠੀਕ ਹੈ, ਇਹਨਾਂ ਦੇ ਅਫਸਰਾਂ ਨੇ ਉਹ ਫਿਗਰਾਂ ਜੀ ਮੈਂ ਦੇਖਿਆ ਸੀ ਇਨਵੈਸਟ ਪੰਜਾਬ 'ਚ ਕਿ ਅਸੀਂ ਆਹ ਸਟੇਟਾਂ ਨਾਲੋਂ ਇੰਨਾ ਘੱਟ ਹੈ, ਸਟੇਟਾਂ ਨਾਲ ਇਹਨਾਂ ਨੂੰ ਘੱਟ ਹੈ। ਸੱਚਾਈ ਆ ਕੇ ਦੇਖੋ ਇੱਥੇ ਅੱਜ ਵੈਸਟ ਬੰਗਾਲ ਨਾਲ ਜੇ ਅਸੀਂ ਸਟੀਲ ਕੋਸਟ ਕਰ ਲਈਏ 4000 ਰੁਪਏ ਸਾਡੀ ਸਟੀਲ ਦੀ ਕੋਸਟ ਵੱਧ ਹੈ। ਕੋਲਾ ਸਾਨੂੰ ਉੱਥੋਂ ਮੰਗਵਾਉਣਾ ਪੈ ਰਿਹਾ, ਰॉ ਮਟੀਰੀਅਲ ਸਾਡਾ ਬਣਿਆ ਹੋਇਆ ਮਾਲ ਫਿਰ ਉੱਥੇ ਭੇਜਣਾ ਪੈ ਰਿਹਾ। ਇਹਨਾਂ ਨੂੰ ਤਰਸ ਨਹੀਂ ਆਉਂਦਾ ਕਿ ਇਹ ਇੰਡਸਟਰੀ ਬਚੀ ਕਿੱਦਾਂ ਹੋਈ ਹੈ। ਅੱਜ ਉਹ 4000 ਕਿਲੋਮੀਟਰ ਤੋਂ ਮਾਲ ਮੰਗਾ ਕੇ ਅਸੀਂ ਇੱਥੇ ਬਣਾ ਕੇ ਦੁਬਾਰਾ ਫਿਰ ਅਸੀਂ 4000 ਕਿਲੋਮੀਟਰ ਦੁਬਾਰਾ ਉੱਥੇ ਬਣਨ ਤੋਂ ਬਾਅਦ ਭੇਜਦੇ ਆ ਆਪਣੇ ਖਰਚੇ ਦੇ ਉੱਪਰ। ਯੂਪੀ ਬਿਹਾਰ ਤੋਂ ਲੇਬਰ ਮੰਗਾ ਕੇ ਜਿਹੜੀ ਉੱਥੇ 6000 'ਚ ਕੰਮ ਕਰਦੀ ਹੈ ਉਹਨੂੰ 12-15 ਦੇ ਕੇ ਅਸੀਂ ਸਰਵਾਈਵ ਕਰ ਰਹੇ ਹਾਂ। ਠੀਕ ਹੈ, ਬਿਜਲੀ ਦੇ ਹਾਲਾਤ ਕੁਛ ਠੀਕ ਹੋ ਗਏ, ਲੇਕਿਨ ਅਸੀਂ 20 ਰੁਪਏ ਯੂਨਿਟ ਦਾ ਜਿਹੜਾ ਹੈਗਾ ਉਹ ਜਨਰੇਟਰਾਂ ਦੇ ਖਰਚੇ ਵੀ ਝੇਲੇ ਹੋਏ ਨੇ। ਇਸ ਕਰਕੇ ਜਿਹੜਾ ਸਾਡਾ ਸਰਵਾਈਵਲ ਹੈ ਉਹ ਬਹੁਤ ਔਖਾ ਹੈ। ਸਰਕਾਰ ਨੂੰ ਫੜਨੀ ਚਾਹੀਦੀ ਸੀ ਸਾਡੀ ਬਾਂਹ। ਬਹੁਤ ਉਮੀਦਾਂ ਸੀ ਇਸ ਸਰਕਾਰ ਤੋਂ ਕਿ ਪਾਲਿਸੀ ਆਏਗੀ ਕਿ ਅਸੀਂ ਐਗਜ਼ਿਸਟਿੰਗ ਇੰਡਸਟਰੀ ਨੂੰ 5 ਰੁਪਏ ਬਿਜਲੀ ਫਲੈਟ ਦੇਵਾਂਗੇ, ਐਗਜ਼ਿਸਟਿੰਗ ਇੰਡਸਟਰੀ ਦੀ ਲੇਬਰ ਨੂੰ ਅਸੀਂ ਨਵੀਂ ਇੰਡਸਟਰੀ ਦੇ ਐਟ ਪਰ ਬੋਨਸ ਦੇਵਾਂਗੇ, ਐਗਜ਼ਿਸਟਿੰਗ ਇੰਡਸਟਰੀ ਨੂੰ ਵੀ ਅਸੀਂ GST ਦੇ ਬੈਨੀਫਿਟ ਦੇਵਾਂਗੇ ਜਿਵੇਂ ਪੁਰਾਣੀ ਇੰਡਸਟਰੀ ਨਵੀਂ ਇੰਡਸਟਰੀ ਨੂੰ ਤੁਸੀਂ ਅਸੀਂ SGST ਦਾ ਬੈਨੀਫਿਟ ਦੇ ਰਹੇ ਹੋ। ਹਾਲਾਤ ਬਿਲਕੁਲ ਉਲਟ ਨੇ। ਉਹੀ ਹਾਲਾਤ ਜੋ 2012 ਦੇ ਵਿੱਚ ਸੁਖਬੀਰ ਬਾਦਲ ਨੇ ਆਪਣਾ ਚਿਹਰਾ ਦਿਖਾਇਆ ਸੀ, 2017 'ਚ ਫਿਰ ਦੇਖਿਆ ਉਹੀ ਚੀਜ਼ਾਂ। ਅੱਜ 2023 'ਚ ਅਸੀਂ ਉਹੀ ਵੱਡੇ ਲੋਕਾਂ ਦਾ, ਜਿਹੜੇ ਛੋਟੇ ਲੋਕ ਨੇ ਉਹ ਸਿਰਫ ਉਹ ਵੱਡੇ ਲੋਕਾਂ ਦਾ ਤਮਾਸ਼ਾ ਦੇਖਣ ਜਾਣਗੇ ਕਿ ਕਿੱਦਾਂ ਉਹ ਸਟੇਜ ਦੇ ਉੱਪਰ ਉਹ ਕਹਿਣਗੇ ਜੀ ਮੈਂ 500 ਕਰੋੜ ਲਾਤਾ। ਅੱਜ 500 ਕਰੋੜ ਦੀ ਇਨਵੈਸਟਮੈਂਟ ਉਹ ਕਰਨਗੇ, ਇੱਥੇ ਉਹਦੇ ਨਾਲ ਦੀਆਂ 500 ਫੈਕਟਰੀਆਂ ਛੋਟੀਆਂ ਬੰਦ ਹੋ ਜਾਣਗੀਆਂ। ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਪਊਗਾ। ਸੋ ਸਾਫ਼ ਤੌਰ 'ਤੇ ਬਤੀਸ਼ ਜਿੰਦਲ ਜੀ ਨੇ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਔਰ ਕਿਹਾ ਕਿ ਕਿਸ ਤਰੀਕੇ ਦੇ ਨਾਲ ਇੰਡਸਟਰੀ ਸਰਵਾਈਵ ਕਰ ਰਹੀ ਹੈ ਔਰ ਇੰਡਸਟਰੀ ਦੇ ਜਿਸ ਤਰੀਕੇ ਦੇ ਨਾਲ ਰਾਹਤ ਦੀ ਗੱਲ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਮੈਨੀਫੈਸਟੋ ਬਣਾਇਆ ਗਿਆ ਸੀ 2017 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਉਹ ਇਸ ਵਾਰ ਜਿਹੜਾ ਨਹੀਂ ਰੱਖਿਆ ਗਿਆ ਸਾਹਮਣੇ, ਕਟੀਰੀਆ ਸਾਹਮਣੇ ਨਹੀਂ ਰੱਖਿਆ ਗਿਆ, ਉਸ ਨੂੰ ਅਗਰ ਇੰਪਲੀਮੈਂਟ ਕੀਤਾ ਜਾਂਦਾ ਹੈ ਤਾਂ ਇੰਡਸਟਰੀ ਕਿਸੇ ਹੱਦ ਤੱਕ ਜਿਹੜੀ ਆ ਅੱਗੇ ਵੱਧ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਸਮੇਂ ਰਹਿੰਦੇ ਇਸ ਕਮੇਟੀ ਦੇ ਚੇਅਰਮੈਨ ਸੀ ਉਹ ਵੀ ਇਸ ਨੂੰ ਸਾਹਮਣੇ ਲਿਆਉਣ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗ ਸਕੇ। ਇਸ ਤੋਂ ਇਲਾਵਾ ਦਿੱਲੀ ਦੀ ਪਾਲਿਸੀ ਅਤੇ ਪੰਜਾਬ ਦੀ ਪਾਲਿਸੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਦੇ ਵਿੱਚ ਕਾਫੀ ਅੰਤਰ ਹੈ। ਪੰਜਾਬ ਦੇ ਵਿੱਚ ਜਿਹੜੀ ਛੋਟੀ ਇੰਡਸਟਰੀ ਹੈ ਉਹ ਕਿਤੇ ਨਾ ਕਿਤੇ ਇਸ ਮੰਦੀ ਦੀ ਮਾਰ ਦਾ ਸਾਹਮਣਾ ਕਰ ਰਹੀ ਹੈ ਔਰ ਵੱਡੇ ਘਰਾਣੇ ਨੇ ਉਹ ਆਪਣਾ ਫਾਇਦਾ ਕਮਾ ਰਹੇ ਨੇ, ਉਹ ਕਿਤੇ ਵੀ ਆਪਣਾ ਸੈਟਅਪ ਲਗਾ ਸਕਦੇ ਨੇ। ਔਰ ਉਹਨਾਂ ਨੇ ਬਿਜਲੀ ਦਾ ਖਾਸ ਤੌਰ 'ਤੇ ਮੁੱਦਾ ਚੁੱਕਿਆ ਕਿ ਬਿਜਲੀ ਜਿਹੜੀ ਸਰਕਾਰ ਦਾਅਵਾ ਕਰ ਰਹੀ ਹੈ ਉਸ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ। ਉਹਨਾਂ ਨੂੰ 5 ਰੁਪਏ ਨਹੀਂ ਬਲਕਿ 12 ਤੋਂ 14 ਰੁਪਏ ਜਿਹੜੀ ਪਰ ਯੂਨਿਟ ਉਹਨਾਂ ਨੂੰ ਬਿਜਲੀ ਪੈ ਰਹੀ ਹੈ। ਸੋ ਤਮਾਮ ਮੁੱਦਿਆਂ 'ਤੇ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਕਿਤੇ ਨਾ ਕਿਤੇ ਇੱਕ ਆਪਣਾ ਗੁੱਸਾ ਜ਼ਾਹਰ ਕੀਤਾ ਔਰ ਕਿਹਾ ਕਿ ਜਿਸ ਤਰੀਕੇ ਦਾ ਸਰਕਾਰ ਦਾ ਰਵੱਈਆ ਹੈ, ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਹੀ ਰਵੱਈਆ ਹੈ
ਔਰ ਸਰਕਾਰਾਂ ਜ਼ਰੂਰ ਬਦਲੀਆਂ ਨੇ, ਬਿਊਰੋਕ੍ਰੇਸੀ ਉਹੀ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਜਿਹੜਾ ਅਮਲੀ ਜਾਮਾ ਪਹਿਨਾਉਣ ਦੀ ਜਿਹੜੀ ਹੈ ਜ਼ਰੂਰਤ ਹੈ, ਤਾਂ ਕਿ ਇੰਡਸਟਰੀ ਜਿਹੜੀ ਹੈ ਉਹ ਅੱਗੇ ਜਿਹੜੀ ਵੱਧ ਸਕੇ ਔਰ ਇੰਡਸਟਰੀਲਿਸਟਾਂ ਦੇ ਨਾਲ ਨਾਲ ਜਿਹੜਾ ਪੰਜਾਬ ਦੀ ਉਹ ਤਰੱਕੀ ਹੋ ਸਕੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਗਲੋਬਲ ਪੰਜਾਬ ਟੀਵੀ।